ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਅਰਥ ਸ਼ਾਸਤਰੀ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਫੈਕਟਰੀਆਂ ਦੀ ਗੱਲ ਹੁੰਦੀ ਹੈ ਕਿ ਫੈਕਟਰੀਆਂ ਨਹੀਂ ਹੈਗੀਆਂ, ਉਹਨਾਂ ਨੂੰ ਜਿਹੜਾ ਬਾਹਰ ਜਾਣਾ ਪੈਂਦਾ ਹੈ, ਇੱਥੇ ਪੰਜਾਬ ਦੇ ਵਿੱਚ ਨਹੀਂ ਲਾਉਣ ਦਿੱਤਾ ਜਾਂਦਾ, ਜਾਂ ਬਹੁਤ ਤਰ੍ਹਾਂ ਦੇ ਵਿਰੋਧ ਸਾਹਮਣੇ ਆਉਂਦੇ ਨੇ। ਸਵਾਲ ਜੁੜ ਜਾਂਦੇ ਨੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਪੰਜਾਬ ਦੇ ਵਿੱਚ ਆ ਕੇ ਫਿਰ ਕਿਸ ਢੰਗ ਦੇ ਨਾਲ ਆਪਣੇ ਕਾਰੋਬਾਰ ਵੀ ਖੜੇ ਕਰ ਲੈਂਦੇ ਨੇ, ਤੇ ਸਾਡੇ ਵਾਲੇ ਪੰਜਾਬੀ ਜਾ ਕੇ ਬਾਹਰਲੇ ਮੁਲਕਾਂ 'ਚ ਪ੍ਰਵਾਸੀ ਬਣ ਜਾਂਦੇ ਨੇ। ਇਹ ਸਵਾਲ ਇਹਦੇ ਇਰਦ ਗਿਰਦ ਘੁੰਮਦੇ ਹੋਣਗੇ ਤੇ ਉਹਦੇ ਹੱਲ ਬਾਰੇ ਵੀ ਗੱਲ ਕੀਤੀ ਜਾਏਗੀ ਕਿ ਜੇ ਇੰਡਸਟਰੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਤਾਂ ਉਹ ਸਰਕਾਰ ਉਹਦੇ ਬਾਰੇ ਕਿਹੜੀਆਂ ਨੀਤੀਆਂ ਘੜੇ, ਇਸ ਉੱਤੇ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਟਵਾਣਾ ਸਾਹਿਬ। ਥੈਂਕ ਯੂ ਜੀ, ਧੰਨਵਾਦ। ਟਵਾਣਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਇਹੀ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਬੰਦ ਕਿਉਂ ਹੋ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਵੈਸੇ ਹੋ ਰਹੀ ਹੈ, ਪਿਛਲੀਆਂ ਸਰਕਾਰਾਂ ਦੇ ਰੋਲ ਤੇ ਵੀ ਉਂਗਲ ਉੱਠਦੀ ਹੈ ਕਿ ਉਹਨਾਂ ਨੇ ਕੀ ਕੀਤਾ। ਸੁਖਵਿੰਦਰ ਜੀ, ਗੱਲ ਇਹ ਹੈ ਕਿ ਚਲੋ ਪਹਿਲਾਂ ਤਾਂ ਪੰਜਾਬ ਨੂੰ ਅਸੀਂ ਖੇਤੀਬਾੜੀ ਪ੍ਰਧਾਨ ਸੂਬੇ ਦੇ ਤੌਰ ਤੇ ਅੱਜ ਵੀ ਅਸੀਂ ਇਹੀ ਕਹਿੰਦੇ ਹਾਂ, ਕਿਉਂਕਿ ਬਾਹਲੇ ਲੋਕਾਂ ਦੀ ਜ਼ਿੰਦਗੀ ਦਾ ਬਸਰ ਜਿਹੜਾ ਚਾਹੇ ਜਿਹੜੀ ਗਿਣਤੀ ਹੈ ਉਹ ਖੇਤੀ 'ਚ ਘਟਦੀ ਹੈ, ਪਰ ਜਿਹੜੇ ਲੋਕਾਂ ਦੇ ਗੁਜ਼ਰ ਬਸਰ ਹੈ ਉਹ ਜ਼ਿਆਦਾ ਖੇਤੀ ਦੇ ਉੱਤੇ ਨਿਰਭਰ ਹੈ। ਸੋ ਅਸੀਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਆਪਣੇ ਸੋਲੇ ਗਾਉਂਦੇ ਰਹੇ ਤੇ ਕਹਿੰਦੇ ਰਹੇ ਜੀ ਦੇਖੋ ਬਹੁਤ ਸੂਬਾ ਜਿਹੜਾ ਖੇਤੀਬਾੜੀ ਦੇ ਵਿੱਚ ਅੱਗੇ ਹੈ ਤੇ ਸਾਨੂੰ ਜਿਹੜਾ ਹਿੰਦੁਸਤਾਨ ਨੂੰ ਸਿੱਖਣਾ ਚਾਹੀਦਾ, ਕਈ ਕੁਝ ਹੁੰਦਾ ਰਿਹਾ। ਤੇ ਜਿਹੜਾ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਜਿੰਨੇ ਪੈਸੇ ਵਾਧੂ ਹੋਏ, ਜਿਹਨੂੰ ਅਸੀਂ ਸਰਪਲਸ ਕਹਿੰਦੇ ਆ, ਉਹਨਾਂ ਦੇ ਵਰਤ ਕੇ ਅਸੀਂ ਇੰਡਸਟਰੀਲਾਈਜੇਸ਼ਨ ਨਹੀਂ ਕੀਤੀ, ਉਹਦਾ ਵਿਕਾਸ ਨਹੀਂ ਹੋਇਆ ਉਦੋਂ ਵੀ। ਉਹ 70ਵਿਆਂ ਦੀ ਗੱਲ ਕਰ ਲਓ, 80ਵਿਆਂ ਦੀ ਗੱਲ ਕਰ ਲਓ, ਉਹ ਜਿਹੜਾ ਪੈਸਾ ਸੀ ਜਿਹੜਾ ਖੇਤੀ 'ਚ ਗ੍ਰੀਨ ਰੈਵੋਲੂਸ਼ਨ ਵੇਲੇ ਆਇਆ, ਲੋਕਾਂ ਦੀ ਆਮਦਨ ਵਧੀ, ਉਹ ਜ਼ਿਆਦਾ ਅਨਪ੍ਰੋਡਕਟਿਵ ਪਾਸੇ ਚਲਿਆ ਗਿਆ। ਤੇ ਉਹ ਪੈਸਾ ਜਿਹੜਾ ਸੀਗਾ ਉਹ ਖੇਤੀਬਾੜੀ ਤੋਂ ਮਤਲਬ ਲੋਕਾਂ ਨੂੰ ਇੰਡਸਟਰੀ ਦੇ ਵਿੱਚ ਲਿਆਉਣ ਲਈ ਉਹ ਕਰਿਆ ਜਾ ਸਕਦਾ ਸੀ, ਉਹ ਵਰਤਿਆ ਨਹੀਂ ਗਿਆ। ਉਹ ਕੇਂਦਰ ਦੀਆਂ ਉਸ ਵੇਲੇ ਦੀਆਂ ਪਾਲਿਸੀਜ਼ ਨੇ, ਜਿਹਦੇ ਵਿੱਚ ਲਾਇਸੈਂਸਿੰਗ ਰਾਜ ਹੁੰਦਾ ਸੀ ਕਿ ਤੁਹਾਨੂੰ ਸੈਂਟਰ ਤੋਂ ਲੈਣਾ ਪੈਂਦਾ। ਫਿਰ ਅਸੀਂ ਕਹਿੰਦੇ ਰਹੇ ਇਹ ਜਿਹੜਾ ਸਰਹੱਦੀ ਸੂਬਾ। ਸੋ ਜਿਹੜਾ ਸੈਕੰਡਰੀ ਸੈਕਟਰ ਹੈ, ਜਿਹਨੂੰ ਮੈਨੂਫੈਕਚਰਿੰਗ ਵੀ ਕਹਿ ਦਿੰਦੇ ਆ, ਉਹਦਾ 80-81 ਦੇ ਵਿੱਚ 12% 11.5% ਦੇ ਕਰੀਬ ਹਿੱਸਾ ਸੀਗਾ। ਉਹ ਚੱਲਦੇ ਚੱਲਦੇ 1999-2000 ਦੇ ਵਿੱਚ ਵੀ 14.5% ਤੱਕ ਹੀ ਆਇਆ, ਮਤਲਬ ਉਹਦਾ ਹਿੱਸਾ। ਤੇ ਜਿਹੜੀ ਬਾਕੀ ਦੇ ਖੇਤੀਬਾੜੀ ਦਾ ਹਿੱਸਾ ਉਹ ਘਟਦਾ ਤਾਂ ਗਿਆ, ਲੇਕਿਨ ਉਹ 30-31-28% ਦੇ ਲਾਗੇ ਛਾਗੇ ਰਿਹਾ। ਅੱਜ ਵੀ ਉਹ 30-31% 28% ਹੈਗਾ। ਤੇ ਉਹਦੀ ਥਾਂ ਤੇ ਜਿਹੜੇ ਛੋਟੇ ਛੋਟੇ ਹੋਰ ਧੰਦੇ, ਜਿਹਨੂੰ ਸਰਵਿਸ ਸੈਕਟਰ ਕਹਿੰਦੇ, ਉਹ ਵਧਿਆ। ਇਹ ਆਪਣੀ ਥਾਂ ਤੇ ਹੈ ਕਿ ਵੱਡੀ ਇੰਡਸਟਰੀ ਜਿਹੜੀ ਹੈ ਉਹ ਬਾਹਲੀ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਆਈ। MSMEs ਹੈਗੀਆਂ ਸੀਗੀਆਂ, ਛੋਟੇ ਜਿਹੜੇ ਕਾਰਖਾਨੇ ਉਹ ਹੈ ਸੀਗੇ, ਤੇ ਉਹਨਾਂ ਨੇ ਜਿਹੜੀ ਇੰਡਸਟਰੀ 'ਚ ਬਹੁਤ ਜ਼ਿਆਦਾ ਰੁਜ਼ਗਾਰ ਵੀ ਉਵੇਂ ਨਹੀਂ ਵਧਿਆ। ਵੱਡੀਆਂ ਇੰਡਸਟਰੀ ਜਿਹੜੀਆਂ ਤੁਸੀਂ ਦੇਖੋ, ਪਹਿਲਾਂ ਜਿਹੜੇ ਕੁਛ ਸ਼ਹਿਰ, ਖਾਸ ਤੌਰ ਤੇ ਤੁਸੀਂ ਰਾਜਪੁਰੇ ਦੀ ਗੱਲ ਕਰੋ, ਰਾਜਪੁਰੇ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਉਜੜ ਕੇ ਕਿਤੇ ਹੋਰ ਚਲੀ ਗਈ। ਬਿਸਕੁਟ ਫੈਕਟਰੀ ਹੁੰਦੀ ਸੀ ਡਾਲਮੀਆਂ ਦੀ, ਬਿਰਲਾ ਦੀ ਧਾਗਾ ਮਿੱਲ ਹੁੰਦੀ ਸੀ, ਹਾਂਜੀ, ਕੇਬਲ ਫੈਕਟਰੀ ਹੁੰਦੀ ਸੀ ਉੱਥੇ, ਇਹ ਸਾਰੇ ਚਲੇ ਗਏ। ਬਹੁਤ ਸਾਰੀਆਂ ਹੋਰ ਥਾਵਾਂ ਤੋਂ ਵੀ ਇੰਡਸਟਰੀ ਜਿਹੜੀ ਆ ਉਹ ਚਲੀ ਗਈ। ਇਹਦੇ 'ਚ ਦੋ ਤਰ੍ਹਾਂ ਦੇ ਮੁੱਦੇ ਹੈ। ਇੱਕ ਹੈਗਾ ਕਿ ਸੂਬਾ ਸਰਕਾਰ ਜਾਂ ਸੂਬੇ ਨੇ ਕੀ ਕਰਨਾ, ਦੂਜਾ ਹੈਗਾ ਕਿ ਸੈਂਟਰ ਦੀ ਨੀਤੀ ਜਿਹੜੀ ਆ ਉਹ ਕੀ ਕਰਦੀ ਹੈ। ਉਹਦੇ 'ਚ ਮੁੱਖ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਡੇਰਾਬੱਸੀ ਏਰੀਆ ਸੀ, ਕਿਸੇ ਵੇਲੇ ਉਹ ਬੈਕਵਰਡ ਏਰੀਆ ਡਿਕਲੇਅਰ ਕੀਤਾ ਗਿਆ। ਉੱਥੇ ਬਹੁਤ ਸਾਰੀ ਇੰਡਸਟਰੀ ਗਈ, ਇੱਕ ਹੱਬ ਜੀ ਬਣਨੀ ਸ਼ੁਰੂ ਹੋਈ ਉੱਥੇ, ਕਿ ਇੱਕ ਇੰਡਸਟਰੀਅਲ ਹੱਬ ਬਣੇਗੀ, ਉਹਦੇ ਆਲੇ ਦੁਆਲੇ ਜਿੰਨੀ ਡਿਵੈਲਪਮੈਂਟ ਹੋਈ, ਕਾਫੀ ਲੋਕਾਂ ਦੇ ਰੁਜ਼ਗਾਰ ਵੀ ਉਹਦੇ ਬੇਸ ਤੇ ਹੋਏ, ਛੋਟੇ ਛੋਟੇ ਧੰਦੇ ਵੀ ਸ਼ੁਰੂ ਕੀਤੇ, ਉਹ ਇੱਕ ਇੰਡਸਟਰੀਅਲ ਹੱਬ ਬਣੀ। ਲੇਕਿਨ ਉਹਨੂੰ ਫਿਰ ਛੱਡ ਕੇ ਉਹਦੀਆਂ ਰਿਆਇਤਾਂ ਬੰਦ ਕਰਕੇ ਬੱਦੀ ਨੂੰ ਦੇ ਦਿੱਤੀਆਂ ਗਈਆਂ ਕੇਂਦਰ ਵੱਲੋਂ, ਵੀ ਉਹਦੇ ਟੈਕਸ ਮਾਫ ਕਰਤੇ, ਉਹਨੂੰ ਉੱਥੇ ਹੋਰ ਰਿਆਇਤਾਂ ਦੇਤੀਆਂ। ਉਹ ਇੱਕ ਇੰਡਸਟਰੀਅਲ ਏਰੀਆ ਹੁਣ ਬੱਦੀ ਦਾ, ਉਹ ਬਹੁਤ ਸਾਰੀ ਇੰਡਸਟਰੀ ਜਿਹੜੀ ਆ ਸਾਡੀ ਇੱਥੋਂ ਛੱਡ ਕੇ ਪੰਜਾਬ 'ਚੋਂ ਬੱਦੀ ਜਾ ਵੜੀ ਹੈ ਨਾ ਜੀ। ਈਵਨ ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨ ਵੀ ਬੱਦੀ ਜਾ ਵੜੇ। ਇਹ ਤਾਂ ਆਪਣੀ ਥਾਂ ਤੇ ਸੈਂਟਰ ਦਾ, ਇਹ ਸੈਂਟਰ ਨੇ ਪੰਜਾਬ ਨੂੰ
ਇੰਡਸਟਰੀਅਲ ਲੈਵਲ ਤੇ ਡਿਵੈਲਪ ਕਰਨ ਦੀ ਬਜਾਏ ਕਿ ਖੇਤੀਬਾੜੀ ਨਿਰਭਰ ਸੂਬਾ ਰੱਖਣ ਵਾਲਾ ਕਿ ਠੀਕ ਹੈ ਜਦੋਂ ਤੱਕ ਚੌਲ ਤੇ ਕਣਕ ਚਾਹੀਦੇ ਸੀ ਮਿਲਦੇ ਰਹੇ, ਤੇ ਉਹਨੂੰ ਉਸ ਤਰ੍ਹਾਂ ਨਾਲ ਨਹੀਂ ਲਿਆ ਕਿ ਇੰਡਸਟਰੀਅਲ ਤੌਰ ਤੇ ਅਸੀਂ ਵੀ ਖੇਤੀਬਾੜੀ ਦੇ ਮੋਹਰੀ ਸੂਬਾ ਹੁੰਦੇ ਹੋਏ ਕਿਸੇ ਵੇਲੇ ਕਿ ਨੰਬਰ 1 ਸੂਬਾ ਖੇਤੀਬਾੜੀ 'ਚ ਉਹਦੇ ਵਿੱਚ ਹੀ ਫਿਰੀ ਗਏ, ਤੇ ਅਸੀਂ ਇਹ ਨਹੀਂ ਦੇਖਿਆ ਕਿ ਅੱਗੇ ਆਉਣ ਵਾਲਾ ਜਿਹੜਾ ਸਮਾਂ ਉਹਦੇ ਸਾਨੂੰ ਇੰਡਸਟਰੀਅਲ ਡਿਵੈਲਪਮੈਂਟ ਚਾਹੀਦੀ ਹੈ। ਨੰਬਰ 1 ਤਾਂ ਇਹ ਹੈ। ਤੇ ਜੀ। ਜਿਹੜੀ ਸਾਡੇ ਸੂਬੇ ਦਾ ਸਰਕਾਰਾਂ ਨੇ, ਉਹਨਾਂ ਨੇ ਵੀ ਪਹਿਲਾਂ ਤਾਂ ਇਹਦੇ ਵੱਲ ਨਹੀਂ ਧਿਆਨ ਦਿੱਤਾ, ਲੇਕਿਨ ਜਦੋਂ ਅਸੀਂ ਪਛੜੇ, ਇੱਕ ਤਾਂ ਸਾਡਾ ਇਹ ਹੈ ਕਿ ਜਿਵੇਂ ਹਰਿਆਣੇ ਨੂੰ ਜਾਂ ਹੋਰ ਸੂਬਿਆਂ ਨੂੰ ਕਈ ਬੈਨੀਫਿਟ ਹੈਗੇ ਆ ਕਿ ਪੈਰੀਫੇਰੀ ਦਿੱਲੀ ਦੀ ਹੈ, ਦਿੱਲੀ ਦੀ ਪੈਰੀਫੇਰੀ ਤੇ ਇੰਡਸਟਰੀ ਆਪਣੇ ਆਪ ਡਿਵੈਲਪ ਹੋ ਜਾਂਦੀ ਹੈ। ਗੁੜਗਾਉਂ ਆਈਟੀ ਦੀ ਹੱਬ ਬਣ ਗਈ, ਫਰੀਦਾਬਾਦ ਬਣ ਗਿਆ, ਪਾਣੀਪਤ ਇੰਡਸਟਰੀਅਲ ਟਾਊਨ ਬਣ ਗਿਆ ਪੂਰਾ, ਇਹ ਜਿਹੜੀ ਉਹਦੇ 'ਚ ਹੈ। ਸੋ ਪੈਰੀਫੇਰੀ ਇੱਕ ਇੰਡਸਟਰੀਅਲ ਤੌਰ ਤੇ ਉੱਭਰ ਗਈ ਹਰਿਆਣੇ ਦੀ। ਸਾਡੇ ਕੋਲ ਪੈਰੀਫੇਰੀ ਜਿਹੜੀ ਸੀ ਉਹ ਚੰਡੀਗੜ੍ਹ ਦੀ ਸੀ, ਤੇ ਚੰਡੀਗੜ੍ਹ ਦੇ ਵਿੱਚ ਅਸੀਂ ਮੋਹਾਲੀ ਆਪਣਾ ਇੱਕ ਸਿਟੀ ਜਿਹੜਾ ਵਸਾਇਆ, ਪਰ ਉਹਨੂੰ ਇੰਡਸਟਰੀਅਲ ਟਾਊਨ ਦੇ ਤੌਰ ਤੇ ਕੋਈ ਅਸੀਂ ਉਹਦਾ ਵਿਕਾਸ ਕਰ ਲਈਏ ਤਾਂ ਬਹੁਤ ਦੇਰ ਬਾਅਦ ਸਾਨੂੰ ਚੇਤਾ ਆਇਆ ਵੀ ਹਾਂ ਇੱਥੇ ਕੁਝ ਚਾਹੀਦਾ। ਫਿਰ ਅਸੀਂ ਉਹ ਇੰਡਸਟਰੀਅਲ ਜਿਹੜਾ ਏਰੀਆ ਉਹ ਬਣਾਇਆ। ਅਦਰਵਾਈਜ਼ ਚੰਡੀਗੜ੍ਹ ਦਾ ਯੂਟੀ ਸੀ, ਯੂਟੀ ਨੇ ਆਪਣਾ ਇੰਡਸਟਰੀਅਲ ਏਰੀਆ ਬਣਾਇਆ, ਇੰਡਸਟਰੀਅਲ ਏਰੀਆ ਫੁੱਲ ਹੁਣ ਉਹਦਾ ਓਵਰਫਲੋ ਹੋਇਆ ਵਾ। ਸੋ ਉਹਦੀ ਥਾਂ ਤੇ ਫਿਰ ਅਸੀਂ ਹੁਣ ਜਿਹੜਾ ਮੋਹਾਲੀ ਦਾ ਬਣਾਇਆ ਉਹ ਵੀ ਢੰਗ ਸਿਰ ਡਿਵੈਲਪ ਨਹੀਂ ਹੋਇਆ। ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਹੈ ਨਾ ਉਹ ਕੋਈ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹਦੀ ਕਿੰਨੀ ਕੁ ਕੰਟਰੀਬਿਊਸ਼ਨ ਹੈ, ਉਹ 25-26% ਦੇ ਲਾਗੇ ਛਾਗੇ ਕੰਟਰੀਬਿਊਸ਼ਨ ਰਹਿ ਜਾਂਦੀ ਹੈ ਸੈਕੰਡਰੀ ਸੈਕਟਰ ਦੀ। ਹਾਲਾਂਕਿ ਰੁਜ਼ਗਾਰ ਦੇ ਰੂਪ 'ਚ ਉਹ 33-34% ਤੇ ਚਲੀ ਗਈ ਹੈ। ਲੇਕਿਨ ਪਿਛਲੀਆਂ ਸਰਕਾਰਾਂ ਨੇ ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਜਾ ਕੇ ਬੰਬੇ ਕਨਕਲੇਵ ਕੀਤੀਆਂ, ਉਰੇ ਬੰਦੇ ਬੁਲਾ ਲਏ, ਉਹਨਾਂ ਨਾਲ ਗੱਲ ਕਰ ਲਈ, ਫਿਰ ਉਹਦਾ ਐਸਟੀਮੇਟ ਰੱਖ ਲਿਆ ਕਿ 5 ਸਾਲਾਂ 'ਚ 5 ਲੱਖ ਕਰੋੜ ਦੀ ਇਨਵੈਸਟਮੈਂਟ ਹੋਊਗੀ। ਉਹ ਹੋਇਆ ਕੁਛ ਨਹੀਂ ਗਾ। ਸੋ ਸਾਡੇ ਕੋਲ ਜੇ ਅਸੀਂ ਮੋਟੇ ਰੂਪ 'ਚ ਦੇਖੀਏ ਤਾਂ ਜਿਹੜੀਆਂ ਵੱਡੀਆਂ ਇੰਡਸਟਰੀਆਂ ਨੇ, ਉਹ ਨੈਸਲੇ ਦਾ ਹੈਗਾ, ਤੇ ਉਹ ਟੈਕਸਟਾਈਲ ਦਾ ਸੀ, ਜਾਂ ਟਰੈਕਟਰ ਦੀ ਇੰਡਸਟਰੀ ਹੈਗੀ ਹੈ ਜੀ, ਉਹ ਫੂਡ ਪ੍ਰੋਸੈਸਿੰਗ ਦੀ ਹੈਗੀ ਹੈ, ਇਹ ਕੁਝ ਮਤਲਬ ਪੈਪਸੀ ਵਾਲਿਆਂ ਦਾ ਹੈ, ਉਹ ਇੰਡਸਟਰੀਜ਼ ਹੈਗੀਆਂ ਜਿਹੜੀਆਂ। ਫਿਰ ਉਹਦੇ 'ਚ ਪਬਲਿਕ 2 ਸੈਕਟਰ ਹੈ, ਇੱਕ ਪਬਲਿਕ ਸੈਕਟਰ, ਇੱਕ ਪ੍ਰਾਈਵੇਟ। ਪਬਲਿਕ ਸੈਕਟਰ ਦੇ ਵਿੱਚ ਪਹਿਲਾਂ ਪੰਜਾਬ ਟਰੈਕਟਰ ਲਿਮਟਿਡ ਹੁੰਦਾ ਸੀ, ਉਹ ਅਸੀਂ ਵੇਚ ਕੇ ਪ੍ਰਾਈਵੇਟ ਵੱਲ ਚਲੇ ਗਏ। ਤੇ ਅਦਰਵਾਈਜ਼ ਸਾਡੇ ਕੋਲ ਸੈਂਟਰ ਦੇ ਪਬਲਿਕ ਸੈਕਟਰ ਦੇ ਵਿੱਚ ਇੱਕ ਕਪੂਰਥਲਾ ਕੋਚ ਫੈਕਟਰੀ ਹੈ, ਤੇ ਇੱਕ ਜਿਹੜਾ ਪਟਿਆਲੇ ਦਾ ਹੁਣ ਉਹਨੂੰ ਡੀਜ਼ਲ ਜਿਹੜਾ ਕੰਪੋਨੈਂਟ ਵਰਕਸ ਹੈਗਾ ਸੀਗਾ, DCW ਜਿਹਨੂੰ ਕਹਿੰਦੇ ਸੀ, ਉਹਦਾ ਨਾਂ ਹੁਣ ਉਹਨਾਂ ਨੇ ਬਦਲ ਕੇ DMW ਕਰਤਾ, ਉਹ ਹੈਗਾ। ਤੇ ਉਹ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ, ਉਵੇਂ ਦੀ ਕੋਈ ਸਿਟੀ ਜਿਹੜਾ ਮਤਲਬ ਹੁੰਦਾ ਜਿਹੜਾ ਮਾਡਰਨ ਰੂਪ ਚ ਉਹ ਉੱਭਰਿਆ ਨਹੀਂ। ਲੇਕਿਨ ਜਿਹੜੇ ਪੁਰਾਣੇ ਸਿਟੀ ਹੈ ਉਹਨਾਂ ਦੇ ਵਿੱਚ ਸਪੋਰਟਸ ਦੇ ਤੌਰ ਤੇ ਜਲੰਧਰ ਸੀ, ਤੇ ਜਿਹੜਾ ਅਲੋਏ ਜਾਂ ਮੈਟਲ ਦੇ ਰੂਪ ਚ ਆਪਣਾ ਜਿਹਨੂੰ ਅਸੀਂ ਸਟੀਲ ਸਿਟੀ ਆਫ ਪੰਜਾਬ ਕਹਿੰਦੇ ਸੀ, ਉਹ ਆਪਣਾ ਗੋਬਿੰਦਗੜ੍ਹ ਸਾਹਿਬ ਸੀ, ਤੇ ਹੌਜ਼ਰੀ ਦੇ ਰੂਪ ਚ ਸਾਡੇ ਕੋਲ ਲੁਧਿਆਣਾ ਸੀਗਾ। ਜਦੋਂ ਰਸ਼ੀਆ ਦਾ ਟੁੱਟਣਾ ਹੋਇਆ 90 ਚ, ਉਸ ਤੋਂ ਬਾਅਦ ਹੌਜ਼ਰੀ ਨੂੰ ਕਾਫੀ ਵੱਡੀ ਢਾਹ ਲੱਗੀ ਕਿਉਂਕਿ ਜ਼ਿਆਦਾ ਐਕਸਪੋਰਟ ਉੱਥੇ ਜਾਂਦਾ ਸੀ। ਫਿਰ ਅਸੀਂ 1991 ਤੋਂ ਬਾਅਦ ਜਦੋਂ ਓਪਨ ਹੋਈ ਹੈ ਇੰਡੀਆ ਦੀ ਮਾਰਕੀਟ, ਬਾਹਰਲਾ ਕੰਪੀਟੀਸ਼ਨ ਆਇਆ, ਤਾਂ ਬਹੁਤ ਸਾਰਾ ਮਾਲ ਜਿਹੜਾ ਚਾਈਨਾ ਦਾ ਵੀ ਆਇਆ, ਉਹਨੇ ਇਕੱਲੀ ਪੰਜਾਬ ਦੀ ਨਹੀਂ ਹੋਰ ਹਿੰਦੁਸਤਾਨ ਦੀ ਇੰਡਸਟਰੀ ਨੂੰ ਵੀ ਮਤਲਬ ਕੰਪੀਟ ਕੀਤਾ। ਜਿਹੜੇ ਬਹੁਤ ਸਾਰੇ ਜਿਹੜੇ ਪ੍ਰੋਡਕਟ ਹੈ ਉਹ ਚਾਈਨਾ ਦੇ ਬੇਸ ਤੇ ਹੈ। ਲੇਕਿਨ ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਛੋਟੀ ਇੰਡਸਟਰੀ ਦਾ, ਜਿਹਨੂੰ MSMEs ਕਹਿੰਦੇ ਆ। ਸਾਡੇ ਕੋਲ ਕੋਈ 2.25 ਲੱਖ ਦੇ ਕਰੀਬ, ਕਈ ਵਾਰੀ ਅੰਕੜੇ ਵੱਖਰੇ ਵੱਖਰੇ ਆ, 2.5 ਲੱਖ ਦੇ ਕਰੀਬ ਵੀ ਕਹਿੰਦੇ ਆ, ਇੰਨੇ ਕੁ ਯੂਨਿਟ ਹੈਗੇ ਆ ਇੰਡਸਟਰੀ ਦੇ। ਤੇ ਉਹਦੇ ਚੋਂ 586 ਕਦੇ ਹੋ ਜਾਂਦੇ ਆ, ਕਦੇ 500 ਰਹਿ ਜਾਂਦੇ। ਬੰਦਾ ਉਹ ਮੀਡੀਅਮ ਤੇ ਲਾਰਜ ਇੰਡਸਟਰੀ ਹੈ, ਬਾਕੀ ਨਹੀਂ ਹੈ। ਤੇ ਉਹ ਜਿਹੜੀ ਛੋਟੀ ਇੰਡਸਟਰੀ ਹੈ ਉਹਦੀ ਬਾਂਹ ਫੜਨ ਵਾਲਾ ਤਾਂ ਕੋਈ ਵੀ ਨਹੀਂ ਹੈ। ਉਹ ਸਰਕਾਰਾਂ ਜਿਹੜੀਆਂ ਉਹਨੂੰ ਕਦੇ ਤੁਸੀਂ ਸੋਚੇ ਹੋਇਆ ਹੋਣਾ ਹੀ ਨਹੀਂ ਵੀ ਛੋਟੀ ਇੰਡਸਟਰੀ ਦਾ ਕੋਈ ਕਨਕਲੇਵ ਹੋਇਆ ਹੋਵੇ, ਉਹਨਾਂ ਦੀ ਕੋਈ ਗੱਲ ਸੁਣੀ ਗਈ ਹੋਵੇ।
ਉਹ ਬਹੁਤ ਵੱਡੀ ਕੰਟਰੀਬਿਊਟਰ ਹੈ ਐਮਪਲੋਇਮੈਂਟ ਦੇ ਵਿੱਚ ਵੀ, ਤੇ ਉਹ ਜਿਹੜਾ ਮਾਲ ਬਣਾ ਕੇ ਬਾਹਰ ਭੇਜਣ ਦੇ ਵਿੱਚ ਵੀ ਉਹਦੀ ਕਾਫੀ ਕੰਟਰੀਬਿਊਸ਼ਨ ਹੈਗੀ ਹੈ। ਲੇਕਿਨ ਵੱਡੀ ਇੰਡਸਟਰੀ ਦੇ ਰੂਪ ਚ ਅਸੀਂ ਹਾਲੇ ਵੀ ਪਾਲਿਸੀ ਲੈਵਲ ਤੇ ਕਿਹੜਾ ਏਰੀਆ ਕਿੰਨਾ ਉਹਦੀ ਕੈਪੈਸਿਟੀ ਹੈ, ਕੀ ਕਰਨ ਵਾਲਾ, ਉਹਦੇ ਤੇ ਬਾਹਲਾ ਨਹੀਂ ਆ। ਮੈਂ ਉਹਦੀ ਇੱਕ ਉਦਾਹਰਨ ਹੀ ਤੁਹਾਨੂੰ ਦਿੰਦਾ। ਅਸੀਂ ਇੱਕ ਸਰਵੇ ਜਿਹੜਾ ਕੀਤਾ ਸੀ ਕਿ ਖੇਤੀ ਦੇ ਵਿੱਚ ਤਰਖਾਣਾਂ ਦਾ ਕੰਮ, ਜਿਹੜਾ ਲੱਕੜੀ ਵਾਲੇ ਸੰਦ ਆ, ਉਹ ਖਤਮ ਹੋ ਗਏ। ਉਹ ਜਿਹੜਾ ਗੱਡਾ ਸੀ ਉਹ ਵੀ ਗਿਆ ਹੈ ਨਾ ਜੀ, ਹਲ ਪੰਜਾਲੀ ਵੀ ਚਲੀ ਗਈ ਤੇ ਸੁਹਾਗੇ ਵੀ ਚਲੇ ਗਏ। ਉਹ ਸਾਰਾ ਕੁਝ ਲੋਹੇ ਨਾਲ ਜਿਹੜਾ ਨਾ ਰਿਪਲੇਸ ਹੋ ਗਿਆ। ਜਦੋਂ ਟਰੈਕਟਰ ਆ ਗਿਆ ਫਿਰ ਉਹਦੇ ਨਾਲ ਰਿਪਲੇਸ ਹੋ ਗਿਆ। ਤੇ ਬਹੁਤ ਸਾਰੇ ਜਿਹੜੇ ਤਰਖਾਣਾਂ ਦਾ ਕੰਮ ਕਰਦੇ ਸੀ ਉਹ ਲਹਾਰਾ ਕੰਮ ਚਲੇ ਗਏ। ਉਹ ਜਾ ਕੇ ਉੱਥੇ ਨਾਭੇ ਦੇ ਆਲੇ ਦੁਆਲੇ ਕੰਬਾਈਨਾਂ ਬਣਾਉਣੀਆਂ ਸ਼ੁਰੂ ਕਰ ਲਿਆ ਉਹਨਾਂ ਨੇ, ਤੇ ਕੰਬਾਈਨਾਂ ਦਾ ਬਹੁਤ ਵੱਡਾ ਹੱਬ ਜਿਹੜਾ ਉਹ ਬਣ ਗਿਆ। ਪਹਿਲਾਂ ਪੀਟੀਐਲ ਨੇ ਵੀ ਕੰਬਾਈਨਾਂ ਬਣਾਈਆਂ, ਉਹਨਾਂ ਨੇ ਟਰੈਕਟਰ ਵੀ ਬਣਾਏ, ਲੇਕਿਨ ਨਾਭੇ ਦੇ ਨੇੜੇ ਇੱਕ ਵੱਡਾ ਜਿਹੜਾ ਉਹ ਕੰਬਾਈਨਾਂ ਦਾ, ਤੇ ਉਹਦੇ ਤੋਂ ਚੱਲਦੇ ਚੱਲਦੇ ਛੋਟੇ ਕੰਮ ਤੋਂ ਹੀ ਪ੍ਰੀਤ ਇੰਡਸਟਰੀ ਵਾਲੇ ਉੱਥੇ ਹੈਗੇ ਆ, ਉਹਨਾਂ ਨੇ ਕਾਫੀ ਵੱਡਾ ਕੰਮ ਆਪਣਾ ਟਰੈਕਟਰਾਂ ਦਾ ਉਹਦੀ ਕੰਬਾਈਨ ਦਾ ਬਣਾਇਆ। ਉਹ ਇੱਕ ਇੰਨੀ ਸਾਈਕਲ ਇੰਡਸਟਰੀ ਦੀ ਹੱਬ ਜਿਹੜੀ ਆ ਉਹ ਲੁਧਿਆਣੇ ਬਣੀ। ਇਹਨਾਂ ਪਹਿਲਾਂ ਤਾਂ ਕਹਿੰਦੇ ਸੀ ਇੱਕ ਸਾਈਕਲ ਪਾਰਕ, ਕੈਪਟਨ ਅਮਰਿੰਦਰ ਸਿੰਘ ਵੇਲੇ ਇਹ ਵੀ ਚੱਲਿਆ ਵੀ ਅਸੀਂ ਇੱਕ ਸਾਈਕਲ ਪਾਰਕ ਵੱਡਾ ਬਣਾਵਾਂਗੇ ਕਈ ਹਜ਼ਾਰ ਏਕੜ ਦਾ, ਤੇ ਉੱਥੇ ਹੋਊਗਾ। ਸਾਡੇ ਕੋਲ ਅਨਾਉਂਸਮੈਂਟਾਂ ਬੜੀਆਂ, ਅਸੀਂ ਬਹੁਤ ਕੁਝ ਕਰਦੇ ਹਾਂ, ਲੇਕਿਨ ਪ੍ਰੈਕਟੀਕਲੀ ਇੰਡਸਟਰੀ ਨੂੰ ਕਿਵੇਂ ਡਿਵੈਲਪ ਕਰਿਆ ਜਾਵੇ, ਇਸ ਬਜਟ ਦੇ ਵਿੱਚ ਵੀ ਜਿਹੜਾ ਪਹਿਲਾ ਬਜਟ ਸੀ ਉਹ ਮਤਲਬ 2000 ਜਾਂ 2500 ਕਰੋੜ ਰੁਪਇਆ ਰੱਖ ਲਓ, 3-4 ਹਜ਼ਾਰ ਕਰੋੜ ਰੁਪਇਆ ਰੱਖ ਲਓ। ਇਨਫਰਾਸਟ੍ਰਕਚਰ ਦੀ ਗੱਲ ਹੈ, ਬਿਜਲੀ ਪ੍ਰੋਵਾਈਡ ਕਰਨ ਦੀ ਗੱਲ ਹੈ, ਫਿਰ ਅੱਗੇ ਵਾਟਰ ਟਰੀਟਮੈਂਟ ਦੀ ਹੁਣ ਜਿਹੜਾ ਰੌਲਾ ਮੱਤੇਵਾੜੇ ਦਾ ਵੀ ਪਿਆ, ਅੱਗੇ ਆ ਕੇ ਹੋਰ ਪੈਣਾ, ਜਿਹੜੇ ਦਰਿਆਵਾਂ ਦਾ ਪਾਣੀ ਉਹ ਟਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ ਨਾ ਜੀ, ਉਹਨੂੰ ਗ੍ਰੀਨ ਟ੍ਰਿਬਿਊਨਲ ਤੋਂ ਪਰਮਿਸ਼ਨ ਦੀ ਗੱਲ ਹੈ, ਹੋਰ ਬਹੁਤ ਸਾਰੇ ਇਸ਼ੂ ਹੈਗੇ ਆ ਉਹਦੇ ਚ, ਵਰਕਰਾਂ ਦੇ ਆਪਣੇ ਇਸ਼ੂ ਹੈਗੇ ਆ। ਸੋ ਇਸ ਲਈ ਜਿਹੜੀ ਇੰਡਸਟਰੀ ਨੂੰ ਇੱਕ ਪੈਟਰਨ ਦੇਣਾ ਚਾਹੀਦਾ, ਉਹਦੇ ਚ ਪੈਟਰਨ ਦੀ ਬਜਾਏ ਪੋਲਿਟਿਕਸ ਜ਼ਿਆਦਾ ਹੁੰਦੀ ਰਹੀ। ਪਿਛਲੇ ਵਾਰੀ ਜਦੋਂ ਅਸੀਂ ਸਰਵੇ ਕੀਤਾ, ਬਹੁਤ ਵੱਡੀ ਇੰਡਸਟਰੀ ਵਾਲਿਆਂ ਨੇ ਕਿਹਾ ਜੀ, ਕਹਿੰਦਾ ਇੱਥੋਂ ਦਾ ਸਾਡਾ ਦਮ ਘੁੱਟਦਾ, ਜਿਹੜੇ ਪੋਲੀਟੀਕਲ ਲੀਡਰ ਨੇ ਉਹ ਕਹਿੰਦੇ ਵੀ ਸਾਡਾ ਹਿੱਸਾ ਪਾਓ। ਜਿਹੜੀ ਇੰਡਸਟਰੀ ਚੱਲਦੀ ਹੈ ਵੱਡੀ ਇੰਡਸਟਰੀ ਜਿਹਦਾ ਕਾਫੀ ਮੁਨਾਫਾ ਤੇ ਸਕੋਪ ਹੈ, ਉਹਦੇ ਵਿੱਚ ਪਿਛਲੇ ਸਮੇਂ 'ਚ ਇਹ ਹੁੰਦਾ ਰਿਹਾ ਵੀ ਹਾਂ ਜੀ ਸਾਡਾ ਹਿੱਸਾ ਪਾਓ। ਈਵਨ ਸਾਈਕਲ ਜਿਹੜੇ ਆ ਹੀਰੋ ਸਾਈਕਲ ਵਾਲੇ, ਉਹਨਾਂ ਤੱਕ ਵੀ ਹੋਇਆ, ਹੌਸਵਾਲ ਵਾਲੇ ਤੱਕ ਵੀ ਹੋਇਆ ਵੀ ਸਾਡਾ ਹਿੱਸੇਦਾਰੀ ਪਾਓ। ਸੋ ਜਿਹੜਾ ਇੰਡਸਟਰੀ ਦਾ ਇੱਕ ਬਿਜ਼ਨਸ ਕਰਨ ਦਾ ਜਿਹੜਾ ਐਟਮੋਸਫੀਅਰ ਹੈ ਪੰਜਾਬ 'ਚ, ਉਹ ਕਰਪਸ਼ਨ ਕਰਕੇ, ਹਿੱਸੇਦਾਰੀ ਕਰਕੇ ਉਹ ਖਰਾਬ ਹੋਇਆ। ਇੱਥੇ ਦੇ ਬਹੁਤ ਸਾਰੇ ਲੋਕ ਇੰਟਰਸਟਡ ਹੀ ਨਹੀਂ ਸੀਗੇ ਵੀ ਇੱਥੋਂ ਦਾ ਕਿਤੇ ਹੋਰ ਚਲੇ ਜਾਓ। ਸੋ ਉਹ ਮਾਹੌਲ ਸਿਰਜਣ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਉਹਦੇ ਰੂਪ 'ਚ, ਫਿਰ ਜਿਹੜਾ ਵਾਤਾਵਰਨ ਨੂੰ ਟੈਕਲ ਕਰਨਾ ਉਹਦੇ ਹਿਸਾਬ ਕਿਤਾਬ 'ਚ ਬਹੁਤ ਵੱਡੇ ਪੱਧਰ ਤੇ ਕਾਮਯਾਬ ਨਹੀਂ ਹੋਏ। ਅਸੀਂ ਕੁਝ ਬੜਾ ਕਰ ਨਹੀਂ ਸਕੇ, ਕੀਤਾ ਨਹੀਂ ਜੀ। ਇਹ ਆਪਣੀ ਥਾਂ ਤੇ ਚੱਲਦਾ ਸੀਗਾ। ਤੇ ਬਹੁਤ ਸਾਰੀ ਇੰਡਸਟਰੀ ਗੋਬਿੰਦਗੜ੍ਹ ਦੀ, ਬਹੁਤ ਸਾਰੀ ਇੰਡਸਟਰੀ ਜਲੰਧਰ ਦੀ, ਹੋਰ ਬੜੀਆਂ ਬੰਦ ਹੋਈਆਂ। ਤੇ ਉਹਦੇ 'ਚ ਫਿਰ ਆ ਕੇ ਕੋਵਿਡ ਦੀ ਮਾਰ ਪਈ ਹਾਂਜੀ 20 ਵਾਲੀ। ਉਦੋਂ ਕਿਸੇ ਨੇ ਉਹਨਾਂ ਦਾ ਹੱਥ ਨਹੀਂ ਫੜਿਆ, ਲੇਬਰ ਵੀ ਮੁੜ ਗਈ, ਬਹੁਤ ਸਾਰੀ ਇੰਡਸਟਰੀ ਬੰਦ ਹੋਈ। ਤੇ 2018 ਚ ਇੱਕ ਆਉਂਦਾ ਜਿਹੜਾ ਬਜਟ ਸੀਗਾ, ਉਹਦੇ ਵਿੱਚ ਕਿਹਾ ਗਿਆ ਕਿ ਕੋਈ 7200 ਦੇ ਕਰੀਬ ਇੰਡਸਟਰੀ ਸਿੱਕ ਹੈ, MSME, ਉਹਦੇ ਲਈ ਪੈਸੇ 5174 ਕਰੋੜ ਵੀ ਰੱਖੇ ਗਏ। ਲੇਕਿਨ ਉਹ ਇੰਡਸਟਰੀ ਸਿੱਕ ਹੋਣੀ ਬੰਦ ਨਹੀਂ ਹੋਈ, ਹੋਰ ਸਗੋਂ ਬਿਮਾਰ ਹੁੰਦੀਆਂ ਚਲੀਆਂ ਗਈਆਂ। ਤੇ ਕੋਵਿਡ ਦੇ ਬਾਅਦ ਤਾਂ ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਛੋਟੇ ਛੋਟੇ ਬਿਜ਼ਨਸ ਹੈ ਤੇ ਹੋਰ ਉਹ ਬੰਦ ਹੋਏ। ਸੋ ਅਸੀਂ ਫੋਕਲ ਪੁਆਇੰਟ ਤਾਂ ਬਣਾਏ, ਬਾਦਲ ਸਰਕਾਰ ਵੇਲੇ ਪਿੰਡਾਂ ਦੇ ਫੋਕਲ ਪੁਆਇੰਟ ਬਣੇ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਉਹਦੇ ਫੂਡ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ। ਤੇ ਸਾਡੇ ਕੋਲ ਫੂਡ ਪ੍ਰੋਸੈਸਿੰਗ ਤਾਂ ਡੇਅਰੀ ਦਾ ਹੀ ਪ੍ਰੋਡਕਟ ਹੈ ਜਿਹੜਾ ਵੇਰਕਾ ਚੱਲਦਾ। ਇਹਦੇ 'ਚ ਇੱਕ ਪੱਖ ਹੋਰ ਹੈ ਕਿ ਅਸੀਂ ਕੋਆਪਰੇਟਿਵਸ ਨੂੰ ਫੋਕਲ ਪੁਆਇੰਟ ਤੇ ਲਿਜਾ ਕੇ ਚੰਗਾ ਕੁਝ ਕਰ ਸਕਦੇ ਸੀ। ਸਾਡੇ ਕੋਲ ਮਾਰਕ ਫੈਡ ਹੈ, ਸਾਡੇ ਕੋਲ ਸ਼ੂਗਰ ਫੈਡ ਹੈ, ਇਹ ਦੋ ਵੱਡੇ ਮਹਿਕਮੇ ਹੈ। ਤੇ ਸ਼ੂਗਰ ਫੈਡ ਪਹਿਲਾਂ ਜਦੋਂ ਅਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਵੀ ਕਰੀ, ਗੰਨੇ ਦਾ ਕੰਮ ਆਇਆ, ਤੇ ਉਦੋਂ ਕੋਆਪਰੇਟਿਵ ਸ਼ੂਗਰ ਫਿਲ ਤਾਂ ਅਸੀਂ ਫੇਲ ਕਰੀਆਂ ਨਾ, ਉਹ ਤਾਂ ਅਸੀਂ ਬਰਬਾਦ ਕਰੀਆਂ। ਜਿੰਨੀਆਂ ਕੋਆਪਰੇਟਿਵ ਦੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ, ਰਖੜੇ ਦੀ ਸੀ, ਮਰਿੰਡੇ ਦੀ ਸੀ, ਉਧਰਲੇ ਦਵਾਬੇ ਦੇ ਏਰੀਏ ਸੀ,
ਉਹਦੇ 'ਚ ਇੰਨੀ ਪੋਲੀਟੀਕਲ ਦਖਲਅੰਦਾਜ਼ੀ, ਇੰਨੀ, ਤੇ ਉਹਦੇ 'ਤੇ ਕਬਜ਼ਾ ਕਰਕੇ ਉਹਨੂੰ ਚਲਾਉਣ ਦੀ ਬਜਾਏ ਅਸੀਂ ਬੰਦ ਕਰਤਾ। ਇਸੇ ਤਰ੍ਹਾਂ ਟੈਕਸਟਾਈਲ ਮਾਲਵੇ ਦੇ ਵਿੱਚ ਬਠਿੰਡੇ ਵੱਲ ਤਪੇ ਹਾਲੇ ਵੀ ਉਹਦਾ ਖੜਾ ਜਿਹੜਾ ਢਾਂਚਾ, ਇਹ ਕੋਆਪਰੇਟਿਵ ਟੈਕਸਟਾਈਲ ਮਿਲ ਸੀਗੀਆਂ, ਉਹ ਵੀ ਅਸੀਂ ਬੰਦ ਕਰੀਆਂ, ਜਿਨ੍ਹਾਂ ਨੂੰ ਅਸੀਂ ਕਰ ਸਕਦੇ ਸੀ। ਸੋ ਜਿਹੜੀ ਜਿਹੜੀ ਹੁਣ ਮਾਰਕ ਫੈਡ ਹੈਗੀ ਆ ਜਾਂ ਅਸੀਂ ਮਿਲਕ ਫੈਡ ਆ ਸਾਡੀ, ਉਹਦੇ 'ਚ ਅਸੀਂ ਵੇਰਕਾ ਚਲਾਉਂਦੇ ਆ, ਵੇਰਕਾ ਦੇ ਪਲਾਂਟ ਹੀ ਹੈ ਨਾ ਜੀ। ਉਹਦਾ ਵੀ ਜਿਹੜਾ ਪ੍ਰੋਫੈਸ਼ਨਲਿਜ਼ਮ ਹੁੰਦਾ ਕਿ ਤੁਸੀਂ ਕੋਆਪਰੇਟਿਵ ਦੇ ਵਿੱਚ ਇੰਡਸਟਰੀ ਬਹੁਤ ਵਧੀਆ ਚੱਲ ਸਕਦੀ ਹੈ ਤੇ ਤੁਸੀਂ ਉਹਨੂੰ ਉਹਦਾ ਸਿਆਸੀਕਰਨ ਨਾ ਕਰੋ। ਅਸੀਂ ਸਾਰੇ ਕਾਸੇ ਦਾ ਸਿਆਸੀਕਰਨ ਕਰਿਆ, ਪੁਲਿਸ ਦਾ ਵੀ ਕਰਿਆ, ਬਿਊਰੋਕ੍ਰੇਸੀ ਦਾ ਵੀ ਕਰਿਆ। ਅਸੀਂ ਇੰਡਸਟਰੀ ਜਿਹੜੀ ਸਾਡੀ ਪਬਲਿਕ ਸੈਕਟਰ ਦੀ ਸੀ, ਕੋਆਪਰੇਟਿਵ ਦੀ, ਅਸੀਂ ਉਹਦਾ ਵੀ ਸਿਆਸੀਕਰਨ ਕਰਿਆ। ਅਸੀਂ ਕੋਆਪਰੇਟਿਵ ਸ਼ੂਗਰ ਮਿਲ, ਕੋਆਪਰੇਟਿਵ ਬਾਕੀ ਅਸੀਂ ਵੇਰਕਾ ਤੱਕ ਵੀ ਮਤਲਬ ਸੀ, ਵੇਰਕਾ ਸਰਵਾਈਵ ਕਰ ਗਿਆ। ਸੋ ਇਹ ਜਿਹੜੀ ਕੋਆਪਰੇਟਿਵ ਸੀਗੀਆਂ, ਅਸੀਂ ਉਹਨਾਂ ਨੂੰ ਜਿਹੜੇ ਫੋਕਲ ਪੁਆਇੰਟ ਨਾ, ਪਹਿਲਾਂ 176 ਦੇ ਕਰੀਬ ਬਾਦਲ ਸਾਹਿਬ ਵੇਲੇ ਫੋਕਲ ਪੁਆਇੰਟ ਬਣੇ, ਫਿਰ ਉਹ ਤੋਂ ਬਾਅਦ ਬਣੇ, ਫਿਰ ਅਸੀਂ ਇੰਡਸਟਰੀਅਲ ਫੋਕਲ ਪੁਆਇੰਟ ਬਣਾਏ, ਬਹੁਤ ਸਾਰੇ ਉਹਦੇ 'ਚ ਹੈਗੇ ਆ। ਲੇਕਿਨ ਅਸੀਂ ਇੰਡਸਟਰੀ ਨੂੰ ਜਿਹੜੀ ਦੋ ਹੈ ਨਾ, ਇੱਕ ਸਟੇਟ ਯੂਨਿਟ ਹੈ, ਇੱਕ ਕੋਆਪਰੇਟਿਵ ਹੈ, ਇੱਕ ਪੀਐਸਯੂ ਯੂਨਿਟ ਨੇ। ਸੋ ਅਸੀਂ ਜਿਹੜਾ ਪੀਐਸਯੂ ਵਾਲੇ ਸਾਡੇ ਪਬਲਿਕ ਸੈਕਟਰ ਦੇ ਯੂਨਿਟ ਸੀਗੇ ਜਾਂ ਕੋਆਪਰੇਟਿਵ ਦੇ ਸੀ, ਉਹਨਾਂ ਨੂੰ ਪ੍ਰੋਫੈਸ਼ਨਲੀ ਬਿਲਡ ਕਰਨ ਦੀ ਬਜਾਏ ਸਰਕਾਰਾਂ ਨੇ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਹਨਾਂ ਨੂੰ ਬਰਬਾਦ ਕਰਿਆ ਜੀ। ਬਰਬਾਦ ਕਰਕੇ ਉਹ ਤਾਂ ਹੁਣ ਬਹੁਤ ਸਾਰੇ ਦੀ ਤਾਂ ਜਾਇਦਾਦ ਹੀ ਵੇਚ ਕੇ ਉਹਨੂੰ ਕਮਰਸ਼ੀਅਲ ਕੁਝ ਕਰ ਦਿੱਤਾ ਗਿਆ। ਸੋ ਅਸੀਂ ਫੋਕਲ ਪੁਆਇੰਟ ਤੇ ਉੱਥੇ ਲਿਜਾ ਸਕਦੇ ਸੀ, ਅਸੀਂ ਮਿਲਕ ਪ੍ਰੋਸੈਸਿੰਗ ਦਾ ਕੰਮ ਲਿਜਾ ਸਕਦੇ ਸੀ, ਅਸੀਂ ਕਾਟਨ ਵਾਲਾ ਟੈਕਸਟਾਈਲ ਦਾ ਲਿਜਾ ਸਕਦੇ ਸੀ, ਅਸੀਂ ਜਿਹੜੀ ਸ਼ੂਗਰ ਫੈਡ ਜੇ ਅਸੀਂ ਰੱਖੜਾ ਪਿੰਡੂ ਖੇਤਰ ਸੀ ਉਹਦੇ ਚੰਗਾ ਹੋ ਸਕਦਾ ਸੀ। ਸੋ ਇਹ ਆਪਣੀ ਥਾਂ ਤੇ ਹੈ ਕਿ ਕੀ ਅਸੀਂ ਜਿਹੜਾ ਸਾਡੇ ਕੋਲ ਪੋਸੀਬਿਲਿਟੀ ਸੀ, ਤੇ ਜਿਹੜੇ ਛੋਟੇ ਛੋਟੇ ਆਪਣੀ ਥਾਂ ਤੇ ਚੱਲਦੇ ਆ ਉਹਨਾਂ ਨੂੰ ਜਿਹੜੀ ਲੌਜਿਸਟਿਕ ਅਸੀਂ ਸਪੋਰਟ ਕਹਿੰਦੇ ਆ ਕਿ ਉਹਨਾਂ ਦੀਆਂ ਸਮੱਸਿਆਵਾਂ ਲਈ, ਉਹਨਾਂ ਦੇ ਟੈਕਸ ਦੇ ਬਾਰੇ ਚ, ਉਹਨਾਂ ਦੇ ਬਾਕੀਆਂ ਦੇ ਬਾਰੇ ਚ, ਉਹਨਾਂ ਦੇ ਜਿਹੜਾ ਰॉ ਮਟੀਰੀਅਲ ਆ ਉਹਦੀ ਕੋਈ ਹੱਬ ਬਣਾਉਣ ਦੇ ਬਾਰੇ ਚ, ਉਹਨਾਂ ਦੇ ਐਕਸਪੋਰਟ ਜਾਂ ਬਾਹਰ ਮਾਲ ਵੇਚਣ ਦੇ ਬਾਰੇ ਚ, ਉਹ ਜਿਹੜੇ ਜਿਹੜੇ ਅਸੀਂ ਲੈਣੇ ਮਤਲਬ ਉਹਨਾਂ ਨੂੰ ਕੁਝ ਕਰਨਾ ਸੀ, ਉਹਦੀ ਬਜਾਏ ਅਸੀਂ ਵੱਡੇ ਜਿਹੜੇ ਇੰਡਸਟਰੀਲਿਸਟ ਆ ਨਾ, ਉਹਨਾਂ ਦੇ ਪਿੱਛੇ ਘੁੰਮਦੇ ਰਹੇ, ਉਹਦੇ ਜਾ ਕੇ ਕਨਕਲੇਵ ਕਰਦੇ ਰਹੇ, ਜਾ ਕੇ ਮੁੰਬਈ ਚ, ਤੇ ਉਹਦਾ ਇੱਥੇ ਚੰਡੀਗੜ੍ਹ ਵੀ ਉਹਨਾਂ ਨੂੰ ਬੁਲਾ ਕੇ ਕਰਦੇ ਰਹੇ, ਤੇ ਬਹੁਤ ਵੱਡੀ ਇਨਵੈਸਟਮੈਂਟ ਹੋਈ ਨਹੀਂ। ਪੁਰਾਣੀ ਜਿਹੜੀ ਇਨਵੈਸਟਮੈਂਟ, ਉਹ ਫੈਕਟਰੀਆਂ ਜਿਹੜੀਆਂ ਵੱਡੀਆਂ ਉਹ ਚੱਲ ਰਹੀਆਂ ਨੇ, ਉਹ ਤਾਂ ਹੈ, ਲੇਕਿਨ ਬਹੁਤ ਸਾਰੀਆਂ ਜਿਹੜੀਆਂ ਮਿੱਲਾਂ ਨੇ, ਜਿਹੜੀਆਂ ਮਿਡਲ ਸਾਈਜ਼ ਦੀਆਂ, ਮੀਡੀਅਮ ਸਾਈਜ਼ ਦੀਆਂ ਸੀਗੀਆਂ, ਉਹ ਬਹੁਤ ਸਾਰੀਆਂ ਬੰਦ ਹੋ ਗਈਆਂ। ਤੇ ਅੱਜ ਵੀ ਜਿਹੜਾ ਹੁਣ ਜਿਹੜਾ ਬਜਟ ਪੇਸ਼ ਹੋਇਆ, ਉਹਦੇ ਵਿੱਚ ਵੀ ਇੱਕ ਵਪਾਰ ਕਮਿਸ਼ਨ ਦੀ ਗੱਲ ਹੋਈ ਹੈ ਕਿ ਜੀ ਇੱਕ ਵਪਾਰ ਕਮਿਸ਼ਨ ਬਣਾਵਾਂਗੇ, ਉਹਦੇ ਚ ਵਪਾਰੀ ਹੋਣਗੇ। ਵਪਾਰ ਆਪਣੀ ਥਾਂ ਤੇ ਹੈਗਾ, ਜਿਵੇਂ ਤੁਸੀਂ ਟਰਾਂਸਪੋਰਟ ਦੀ ਗੱਲ ਕਰਦੇ ਹੋ, ਰੇਲਵੇ ਦੀ ਗੱਲ ਕਰਦੇ ਹੋ, ਤੇ ਤੁਸੀਂ ਉਹਨਾਂ ਨੂੰ ਬਾਕੀ ਦਾ ਜਿਹੜਾ ਹੈਗਾ, ਬਹੁਤ ਸਾਰੇ ਜਿਹੜੇ ਹੈਗੀਆਂ ਉਹਦੇ ਚ ਜਿਹੜੇ ਬਿਜ਼ਨਸ ਕਰਨ ਵਾਲੇ ਬੰਦੇ ਆ, ਜਿਹੜੇ ਪ੍ਰੋਡਿਊਸਰ ਹੈ, ਉਹ ਬੈਂਕ ਤੋਂ ਕਰਜ਼ਾ ਲੈਂਦੇ ਆ, ਤੇ ਬੈਂਕ ਤੋਂ ਇਹ ਵੀ ਇੱਕ ਸਮੱਸਿਆ ਉਹਨਾਂ ਲਈ ਕਿ ਤੁਸੀਂ ਛੋਟਾ ਬਿਜ਼ਨਸ ਕਰਨਾ, ਅੱਜ 30 ਕਰੋੜ ਦੀ ਗੱਲ ਕਰਦੇ ਹੋ, ਤੇ ਉਹ 30 ਕਰੋੜ ਦਾ ਕਰਜ਼ਾ ਕਹਿੰਦੇ ਉਹਨੂੰ 3 ਕਰੋੜ ਮਿਲਦਾ, 4 ਕਰੋੜ ਮਿਲਦਾ, ਉਹਨੂੰ ਪੈਸੇ ਮਿਲਦੇ ਨਹੀਂ, ਉਹ ਟੇਕ ਆਫ ਹੀ ਨਹੀਂ ਕਰ ਸਕਦਾ ਜਿਹੜਾ ਬਿਜ਼ਨਸ ਹੈ ਨਾ। ਸੋ ਉਹਨਾਂ ਲਈ ਅਸੀਂ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਵੀ ਬਣਾ ਲਈ, ਉਹਦਾ ਰੋਲ ਦੇਖ ਲਿਆ ਵੀ ਕੀ ਹੈ। ਪਹਿਲਾਂ ਖਾਦੀ ਜਿਹੜਾ ਬੋਰਡ ਸੀਗਾ ਛੋਟੀ ਇੰਡਸਟਰੀ ਲਈ ਪਿੰਡਾਂ 'ਚ, ਉਹ ਵੀ ਅਸੀਂ ਦੇਖ ਲਿਆ, ਪਰ ਅਸੀਂ ਇਸ ਗੱਲ 'ਚ ਕਾਮਯਾਬ ਨਹੀਂ ਹੋਏ ਕਿ ਅਸੀਂ ਜਿਹੜੀ ਹੱਬ ਬਣਾ ਕੇ, ਸੈਂਟਰ ਬਣਾ ਕੇ ਰॉ ਮਟੀਰੀਅਲ ਦੀ ਗੱਲ ਕਰੀਏ, ਤੇ ਉਹਨਾਂ ਦਾ ਜਿਹੜਾ ਮਾਲ ਆ ਉਹਨੂੰ ਵੇਚਣ ਦੀ ਗੱਲ ਕਰੀਏ, ਤੇ ਆਪਣੀ ਪੋਲੀਟੀਕਲ ਦਖਲਅੰਦਾਜ਼ੀ ਜਿਹੜੀ ਹੈ ਵੱਡੀਆਂ ਜਿਹੜੀਆਂ ਇੰਡਸਟਰੀਆਂ ਨੇ, ਜਾਂ ਸਾਡੇ ਕੋਲ ਕੋਆਪਰੇਟਿਵ ਜਿਹੜਾ ਮਹਿਕਮਾ ਸੀ, ਅੱਜ ਤੱਕ ਵੀ ਅਸੀਂ ਉਹ ਬੰਦ ਨਹੀਂ ਕੀਤੀ। ਇਹ ਠੀਕ ਹੈ ਕਿ ਉਹਦਾ ਹਿੱਸਾ ਹਾਲੇ ਵੱਧਦਾ ਗਿਆ, ਉਹਦੇ 'ਚ ਇੰਪਲੋਇਮੈਂਟ ਵੀ ਵੱਧ ਰਹੀ ਹੈ, ਤੇ ਲੇਕਿਨ ਜਿੰਨੀ ਇੰਪਲੋਇਮੈਂਟ ਲੋਕਾਂ ਨੂੰ ਚਾਹੀਦੀ ਹੈ, ਸਾਡੇ ਪੜ੍ਹੇ ਲਿਖੇ ਯੂਥ ਨੂੰ ਚਾਹੀਦੀ ਹੈ, ਜਿਸ ਤਰ੍ਹਾਂ ਦੀ ਹੱਬ ਆਈਟੀ ਦੀ ਹੈਦਰਾਬਾਦ 'ਚ ਬਣ ਗਈ ਕਿ 5 ਲੱਖ ਬੰਦਾ, ਜਿਹੜਾ ਨਿਊ ਹੈਦਰਾਬਾਦ ਹੈ ਉਹਦੇ 'ਚ ਉੱਥੇ 5 ਲੱਖ ਬੰਦਾ ਜਿਹੜਾ ਕੰਮ ਕਰਦਾ, ਇਸੇ ਤਰ੍ਹਾਂ ਬੰਗਲੌਰ ਨੇ ਇੱਕ ਏਰੀਆ ਪੂਰਾ ਡਿਵੈਲਪ ਹੋ ਗਿਆ, ਤੇ ਇਸ ਤਰ੍ਹਾਂ ਦੇ ਗੁੜਗਾਉਂ ਪੂਰਾ ਡਿਵੈਲਪ ਹੋ ਗਿਆ। ਅਸੀਂ ਉਸ ਤਰ੍ਹਾਂ ਦਾ ਸੈਕਟਰ ਜਿੱਥੇ ਸਾਡੇ ਬੱਚੇ ਉੱਥੇ ਜਾ ਰਹੇ ਆ, ਹੈਦਰਾਬਾਦ ਜਾ ਰਿਹਾ, ਬੰਗਲੌਰ ਜਾ ਰਿਹਾ,
ਗੜਗਾਉਂ ਜਾ ਰਿਹਾ, ਅਸੀਂ ਇੱਥੇ ਪੈਦਾ ਕਰਨ 'ਚ ਕਾਮਯਾਬ ਨਹੀਂ ਹੋਏ। ਉਹ ਪਹਿਲਾਂ ਸੈਂਟਰ ਵਾਲੀ ਪਾਲਿਸੀ ਸੀਗੀ, ਜਦੋਂ 1991 ਤੋਂ ਬਾਅਦ ਅਸੀਂ ਇਹ ਖੁੱਲਾ ਕਰਿਆ ਕੰਮ, ਉਸ ਤੋਂ ਬਾਅਦ ਅਸੀਂ ਉਹਦੇ ਤੇ ਸਿੰਸੀਅਰ ਨਹੀਂ ਰਹੇ ਤੇ ਉਵੇਂ ਨਹੀਂ ਕਰ ਸਕੇ ਉਹ ਕੰਮ। ਤੇ ਉਹ ਕੰਮ ਵੱਡੀ ਜਿਹੜੀ ਇੰਡਸਟਰੀਅਲ ਸੈਕਟਰ, ਇੱਕ ਵੱਡੀ ਇੰਡਸਟਰੀ ਜਿਵੇਂ ਹੁਣ ਤੁਸੀਂ ਸਾਈਕਲ ਦੀ ਇੰਡਸਟਰੀ ਕਹਿੰਦੇ ਹੋ, ਉਹ ਇੰਡਸਟਰੀ ਠੀਕ ਹੈ ਹੀਰੋ ਵਾਲਿਆਂ ਦੀ ਹੈ, ਪਰ ਉਹਦੇ ਨਾਲ ਛੋਟੇ ਛੋਟੇ ਧੰਦਾ ਕਰਨ ਵਾਲੇ, ਕੋਈ ਫਰਾਈ ਵੀਲ ਬਣਾ ਰਿਹਾ, ਕੋਈ ਗਜ ਬਣਾ ਰਿਹਾ, ਕੋਈ ਕੁਛ ਬਣਾ ਰਿਹਾ, ਉਹ ਕਿੰਨੇ ਹੀ ਹੈ ਛੋਟੇ ਛੋਟੇ ਹੈ ਨਾ ਕਰਨ ਵਾਲੇ। ਸੋ ਤੁਸੀਂ ਆਈਟੀ ਸੈਕਟਰ 'ਚ ਵੀ ਇਸ ਤਰ੍ਹਾਂ ਹੀ ਹੁੰਦਾ, ਤੇ ਉਹ ਅਸੀਂ ਬਣਾ ਹੀ ਨਹੀਂ ਸਕੇ, ਜਿਹੜਾ ਪੈਦਾ ਨਹੀਂ ਕਰ ਸਕੇ। ਇਸ ਕਰਕੇ ਹੁਣ ਜਿਹੜੀ ਇੰਡਸਟਰੀ ਹੈਗੀ ਹੈ 25-26% ਦਾ ਹਿੱਸਾ ਹੈਗਾ, ਕਿ 32-33% ਤੱਕ ਦੀ ਇੰਪਲੋਇਮੈਂਟ ਹੈ, ਪਰ ਉਸ ਲੈਵਲ ਦੀ ਨਹੀਂ ਜਿਹੜੇ ਤੁਹਾਡੇ ਯੂਥ ਨੂੰ, ਜਿਹੜਾ ਅੱਜ ਬੀਟੈਕ ਵੀ ਕਰ ਰਿਹਾ, ਐਮਟੈਕ ਕਰ ਰਿਹਾ, ਉਹ ਦੂਜਾ ਪੜ੍ਹਿਆ ਲਿਖਿਆ, ਉਹਦੇ 'ਚ ਬਹੁਤ ਸਾਰੇ ਸਕੋਪ ਹੁੰਦੇ ਆ ਵੀ ਉਹਨੂੰ ਜੌਬ ਦੇ ਕੇ ਇੱਥੇ ਰੱਖ ਸਕੇ, ਇਸ ਲਈ ਬੱਚੇ ਬਾਹਰ ਜਾ ਰਹੇ ਆ ਸਾਡੇ। ਸੋ ਇਹ ਸੀਰੀਅਸ ਮਸਲਾ ਜਿਹੜਾ ਅਸੀਂ ਅੱਜ ਮਤਲਬ ਡਿਸਕਸ ਵੀ ਕਰ ਰਹੇ ਹਾਂ ਤੇ ਉਠਾ ਵੀ ਰਹੇ ਹਾਂ ਵੀ ਇਹਨੂੰ ਜਿਹੜਾ ਇਸ ਤੱਕ ਪਹੁੰਚਣ ਲਈ ਕੀ ਹੈ, ਇਨਫਰਾਸਟ੍ਰਕਚਰ ਦੇ ਵਿੱਚ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਦੀ ਲੋੜ ਹੈ ਹੋਰ ਹੈ। ਤੁਹਾਡਾ ਸਾਹਿਬ ਇੱਕ ਸਵਾਲ ਇਹਦੇ ਵਿੱਚ ਉੱਠਦਾ ਕਿ ਫੈਕਟਰੀ ਏਰੀਏ ਬਣਾਏ ਗਏ, ਫੋਕਲ ਪੁਆਇੰਟ ਬਣਾਏ ਗਏ, ਐਮਐਸਐਮਈ ਦੀਆਂ ਜਿਵੇਂ ਗੱਲ ਹੁੰਦਾ ਕਿ ਉਹਨਾਂ ਨੇ ਆਪਣੇ ਵੱਲੋਂ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਕਾਰਾਂ ਨੇ ਬਾਹ ਨਹੀਂ ਫੜੀ। ਕਾਰਨ ਕੀ ਰਿਹਾ ਕਿ ਫੈਕਟਰੀ ਏਰੀਏ ਤੇ ਫੋਕਲ ਪੁਆਇੰਟ ਜਿਹੜੇ ਨੇ ਉਹਨਾਂ ਦਾ ਟੀਚਾ ਕੀ ਸੀ ਤੇ ਉਹ ਫੇਲ ਕਿਉਂ ਹੋ ਗਿਆ ਆਪਣੇ ਉਸ ਟੀਚੇ ਤੱਕ ਪਹੁੰਚਣ ਦੇ ਲਈ? ਕਿਉਂਕਿ ਇੱਕ ਛੋਟੇ ਛੋਟੇ ਹੱਬ ਨੇ ਜਿਹੜੇ ਹਰ ਸ਼ਹਿਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਬਣੇ ਹੋਏ ਨੇ, ਆਪਣੇ ਪਟਿਆਲੇ ਵੀ ਆ, ਉਧਰ ਮੁਹਾਲੀ ਦੇ ਵਿੱਚ ਵੀ, ਜਾਂ ਹਰ ਪਾਸੇ ਬਣੇ ਨੇ। ਦੇਖੋ, ਪਹਿਲੀ ਗੱਲ ਤਾਂ ਉੱਥੇ ਦਾ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕਰਨਾ ਚਾਹੀਦਾ, ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਹੋਇਆ ਜਿਹੜਾ ਅੱਜ ਦੀ ਡਿਮਾਂਡ ਕਰਦਾ। ਉਹ ਤੁਸੀਂ ਉੱਥੇ ਅੱਜ ਵੀ ਚਲੇ ਜਾਓ ਪਟਿਆਲੇ ਦੇ ਇੰਡਸਟਰੀਅਲ ਸੈਕਟਰ, ਉੱਥੇ ਦੀਆਂ ਰੋਡਸ ਦੇਖ ਲਓ, ਉੱਥੇ ਦਾ ਉਹਦਾ ਰੋਡ ਦੀ ਚੜਾਈ ਦੇਖ ਲਓ, ਬਾਕੀ ਕੰਮਕਾਰ ਦੇਖ ਲਓ। ਉੱਥੇ ਟਰਾਂਸਪੋਰਟ ਨੂੰ ਖੜਨ ਲਈ, ਜਿਹੜਾ ਟਰਾਂਸਪੋਰਟ, ਉੱਥੇ ਰੇਲਵੇ ਲਾਈਨ ਤਾਂ ਬਹੁਤ ਦੂਰ ਆ ਉਹਦੇ ਤੋਂ, ਤੇ ਉੱਥੇ ਟਰਾਂਸਪੋਰਟ ਜਿਹੜੀ ਹੈ, ਰੇਲਵੇ ਲਾਈਨ ਉੱਥੇ ਪਹੁੰਚਦੀ ਨਹੀਂ। ਤੁਸੀਂ ਟਰੱਕ ਦੀ ਮੇਨ ਟਰਾਂਸਪੋਰਟ ਆ ਜਾਂ ਹੋਰ ਹੈ, ਉਹਦੇ ਖੜਨ ਲਈ ਉਹਦੀ ਕੋਈ ਪ੍ਰੋਪਰ ਸਿਸਟਮ ਹੋਵੇ, ਉਹਦਾ ਕੋਈ ਪ੍ਰੋਪਰ ਉਹ ਕੁਝ ਨਹੀਂ ਹੈ। ਉੱਥੇ ਜ਼ਿਆਦਾਤਰ ਪਟਿਆਲੇ ਦੇ ਜਿਹੜੇ ਇੰਡਸਟਰੀਅਲ ਏਰੀਆ, ਉੱਥੇ ਇੰਡਸਟਰੀ ਜਿਹੜੀ ਹੈ ਨਾ ਉਹਦਾ ਥੋੜੀ ਹੈ। ਉੱਥੇ ਬਿਜ਼ਨਸ ਹਾਊਸਿਸ ਜ਼ਿਆਦਾ ਨੇ, ਤੇ ਉੱਥੇ ਜਿਹੜੀ ਟੋਇਟਾ ਵਾਲਿਆਂ ਨੇ ਆਪਣੀ ਵਰਕਸ਼ਾਪ ਜਿਹੜੀ ਆ ਉਹ ਖੋਲ ਲਈ, ਫਿਰ ਉੱਥੇ ਟਾਈਲਾਂ ਵਿਕਦੀਆਂ, ਉਹ ਦੂਜਾ ਇਹਨਾਂ ਬਾਹਰੋਂ ਮਾਲ ਲਿਆਓ ਤੇ ਉੱਥੇ ਵੇਚ ਦਿਓ। ਪ੍ਰੋਡਕਸ਼ਨ ਨਹੀਂ ਹੈ ਉਹ ਇੱਕ ਸੇਲ ਪੁਆਇੰਟ ਜਿਹੜੇ ਹੈ ਨਾ ਉਹ ਕ੍ਰੀਏਟ ਹੋਏ ਹੋਏ ਆ, ਤੇ ਉਹ ਇੰਡਸਟਰੀ ਦੇ ਤੌਰ ਤੇ ਡਿਵੈਲਪ ਹੁੰਦੀ, ਉਹਦੇ ਬਾਰੇ ਚ ਜਿਹੜੀ ਇੰਡਸਟਰੀ ਦੀ ਲੋੜ ਹੈ ਜਿਸ ਤਰ੍ਹਾਂ ਦੀ, ਤੇ ਜਿਸ ਤਰ੍ਹਾਂ ਦੀ ਇੰਡਸਟਰੀ ਨੂੰ ਲੌਜਿਸਟਿਕ ਚਾਹੀਦੀ ਹੈ, ਜਿਸ ਤਰ੍ਹਾਂ ਦਾ ਉੱਥੇ ਤੁਸੀਂ ਉਹਨਾਂ ਨੂੰ, ਜਿਹੜਾ ਸਾਡਾ ਇੰਡਸਟਰੀਅਲ ਹਰੇਕ ਜ਼ਿਲ੍ਹੇ 'ਚ ਹੈਗਾ ਇੰਡਸਟਰੀਅਲ ਜਿਹੜਾ ਮਹਿਕਮਾ, ਹਾਂਜੀ, ਉਹਨੂੰ ਜਿਹੜਾ ਡਿਸਟ੍ਰਿਕਟ ਲੈਵਲ ਦਾ ਵੈਲਫੇਅਰ ਡਿਵੈਲਪਮੈਂਟ ਆਫੀਸਰ ਲੱਗਿਆ ਵਾ, ਤੇ ਉਹ ਜਿਹੜਾ ਕੁਝ ਚਾਹੀਦਾ ਹੈ ਨਾ, ਜਿਵੇਂ ਹੁਣ ਬਿਜਲੀ ਦੀ ਉਹ ਗੱਲ ਪਾਉਂਦੇ ਸੀ, ਅਸੀਂ 5 ਰੁਪਏ ਪਿੱਛੇ ਵੀ ਕਰਤੀ ਤੇ ਹੁਣ ਵੀ ਕਹਤਾ ਜੀ ਵੀ ਉਹ 2500 ਪਤਾ ਨਹੀਂ ਕਿੰਨੇ ਕਰੋੜ ਰੁਪਈਆ ਅਸੀਂ ਬਿਜਲੀ ਦੀ ਸਬਸਿਡੀ ਲਈ ਰੱਖ ਲਿਆ। ਉਹ ਇੱਕ ਥਾਂ ਇੱਕ ਗੱਲ ਹੈਗੀ ਬਿਜਲੀ ਦੀ, ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ। ਉਹਦੀ ਲੋਨ ਦੀ ਵੀ ਹੋਊਗੀ, ਉਹਨਾਂ ਦੇ ਮਾਲ ਵਿਕਣ ਦੀ ਵੀ ਹੋਊਗੀ, ਉਹਨਾਂ ਦੀ ਰॉ ਮਟੀਰੀਅਲ ਦੀ ਵੀ ਗੱਲ ਹੋਊਗੀ, ਉਹਨਾਂ ਦੀ ਟਰਾਂਸਪੋਰਟ ਦੀ ਵੀ ਗੱਲ ਹੋਊਗੀ, ਉਹਨਾਂ ਨੂੰ ਪ੍ਰਾਈਸ ਨੂੰ ਲੈ ਕੇ ਜਿਹੜਾ ਲਿੰਕ ਹੈ ਬਾਹਰਲੀ ਮਾਰਕੀਟ ਨਾਲ ਉਹ ਵੀ ਹੋਊਗਾ, ਉਹਨਾਂ ਦੀ ਵੀ ਜਿਹੜੀ ਸ਼ੋਰਟੀ ਹੋਊਗੀ। ਉਹ ਬਹੁਤ ਕੁਝ ਲੈਕ ਕਰਦਾ, ਤੇ ਉਹਦੇ ਚ ਬਹੁਤ ਸਾਰਾ ਪੋਲੀਟੀਕਲ ਇੰਟਰਸਟ ਵੀ ਹੈ ਜਿਹੜਾ ਬੈਕਗਰਾਉਂਡ ਤੇ ਹੈ। ਸਾਡੇ ਪੰਜਾਬ 'ਚ ਤਾਂ ਇਹ ਹੋਇਆ ਨਾ ਕਿ ਬੰਦਾ ਆਪਣੇ ਬਲਬੂਤੇ ਤੇ ਇੰਡਸਟਰੀ ਬਿਲਡ ਕਰਨੀ ਚਾਹੁੰਦਾ, ਕਰ ਰਿਹਾ, ਜਦੋਂ ਉਹ ਕਰਨ ਲੱਗਦਾ, ਜਦੋਂ ਉਹ ਟੇਕ ਆਫ ਹੁੰਦੀ ਹੈ, ਉਹਦੇ 'ਚ ਕੋਈ ਪੋਲਿਟਿਕਸ ਆ ਕੇ ਵੜ ਜਾਂਦੀ ਹੈ, ਉਹ ਆਪਣਾ ਹਿੱਸਾ ਲੱਭਣਾ ਸ਼ੁਰੂ ਕਰ ਦਿੰਦੀ ਹੈ, ਫਿਰ ਉਹਦਾ ਜਿਹੜਾ ਪਲਾਟ ਹੈਗੇ ਆ ਜਾਂ ਹੋਰ ਆ, ਉਹਦਾ ਕੁਝ ਹੋਰ ਬਣਨਾ ਸ਼ੁਰੂ ਹੋ ਜਾਂਦਾ। ਸੋ ਜਿਵੇਂ ਇੰਡਸਟਰੀ ਪ੍ਰੋਫੈਸ਼ਨਲ ਤੌਰ ਤੇ ਇੰਡਸਟਰੀ ਨੂੰ ਡਿਵੈਲਪ ਕਰਨਾ ਚਾਹੀਦਾ ਨਾ, ਜਿਹੜਾ ਪੂਰਾ ਇੰਡਸਟਰੀ ਹੈਗਾ ਉਹ ਲੈਕ ਕਰਦਾ ਪੰਜਾਬ 'ਚ, ਤੇ ਉਹ ਲੈਕ ਕਰਨ ਕਰਕੇ ਅਸੀਂ ਕੋਈ ਵੀ ਸੈਂਟਰ ਅੱਜ ਤੱਕ ਜਿਹੜਾ ਆਪਣੇ ਆਪ ਮਰਜ ਹੋਇਆ, ਦੇਖੋ ਅਸੀਂ ਪਹਿਲਾਂ ਥੋੜੀ ਬੜੀ ਉਹਦੀ ਮਦਦ ਕੀਤੀ, ਲੇਕਿਨ ਉੱਥੇ ਰੇਲਵੇ ਦਾ ਨੈਟਵਰਕ ਸੀਗਾ, ਲੁਧਿਆਣਾ ਹੌਜਰੀ ਦਾ ਵੱਡਾ ਬਣਿਆ ਸੈਂਟਰ, ਤੇ ਉਹ ਬਾਹਰ ਜਾਂਦਾ ਸੀ, ਤਾਂ ਅਸੀਂ ਉਹਨੂੰ ਵੀ ਜਿਹੜਾ ਨਾ ਸੇਵ ਕਰਨ ਦੇ ਲਈ ਅੱਗੇ ਡਿਵੈਲਪ ਕਰਨ ਲਈ ਬਹੁਤ ਜ਼ਿਆਦਾ ਵੱਡੀ ਪਲਾਨਿੰਗ 'ਚ ਨਹੀਂ ਆਏ। ਇਸੇ ਤਰ੍ਹਾਂ ਸਪੋਰਟਸ ਵਾਲੀ ਜਿਹੜੀ ਸਪੋਰਟਸ ਨੇ, ਉਹ ਜਲੰਧਰ ਹੈਗਾ,
ਹੈ ਨਾ, ਉਹ ਆਪਣੀ ਥਾਂ ਤੇ ਹੈ। ਤੇ ਬਹੁਤ ਸਾਰੇ ਜਿਹੜੇ ਇੰਡਸਟਰੀਅਲ ਵਾਲੇ ਪ੍ਰਾਈਵੇਟ ਇਨਵੈਸਟਮੈਂਟ ਵਾਲੇ ਹੈਗੇ ਆ, ਉਹ ਆਪਣੇ ਤੌਰ ਤੇ ਜੂਝਦੇ ਆ। ਤੇ ਜਿਹੜੀ ਸਰਕਾਰ ਆ ਉਹਨੂੰ ਕੋਈ ਪਲਾਨਿੰਗ ਦੇ ਰੂਪ ਚ ਕਿਸੇ ਰੂਪ ਚ ਲਿਆਵੇ, ਉਹ ਲੈਕ ਕਰਦਾ। ਤੇ ਆਪਣੀ ਇੰਡਸਟਰੀ ਜਿਹੜੀ ਹੈ ਉਹਨਾਂ ਨੇ ਹੁਣ, ਜਿਵੇਂ ਮੈਂ ਤੁਹਾਨੂੰ ਕਹਾ, ਚਲੋ ਇੰਡਸਟਰੀ ਦਾ ਤਾਂ ਮੁੱਦਾ ਨਹੀਂ, ਸਰਵਿਸ ਸੈਕਟਰ ਦਾ, ਕਿ ਜਿਹੜੀ ਟਰਾਂਸਪੋਰਟ ਨੂੰ ਤੁਸੀਂ ਪ੍ਰੋਫਿਟ ਦੇ ਵਿੱਚ ਲਿਆ ਸਕਦੇ ਹੋ, ਜਿਵੇਂ ਹਰਿਆਣੇ ਦੀ ਹੈ ਤੇ ਇੱਥੇ ਦੀ ਰੋਡਵੇਜ ਹੈ, ਉਹ ਪ੍ਰੋਫਿਟ ਦੇ ਵਿੱਚ ਹੈਗੀ ਹੈ। ਤੇ ਜੇ ਉਹ ਆ ਸਕਦੀ ਸੀਗੀ, ਤੁਸੀਂ ਉਹਨੂੰ ਆਪਣੇ ਨਿੱਜੀ ਪੋਲੀਟੀਕਲ ਹਿੱਤਾਂ ਲਈ ਆਪਣੀ ਟਰਾਂਸਪੋਰਟ ਖੜੀ ਕਰ ਲਈ, ਤੇ ਆਪਣੀ ਟਰਾਂਸਪੋਰਟ ਖੜੀ ਕਰਕੇ ਉਹਨੂੰ ਤੁਸੀਂ ਖਤਮ ਕਰਤਾ। ਤੇ ਸਾਡੇ ਕੋਲ ਐਵੇਂ ਹੀ, ਮਤਲਬ ਜਿਹੜੀ ਸ਼ੂਗਰ ਇੰਡਸਟਰੀ ਪ੍ਰਾਈਵੇਟ ਹੈ ਉਹ ਤਾਂ ਚੱਲਦੀ ਹੈ, ਅਸੀਂ ਆਪਣੀ ਕੋਆਪਰੇਟਿਵ ਮਿਲ ਜਿਹਦੇ ਚ ਸਾਰਿਆਂ ਦੀ ਹਿੱਸੇਦਾਰੀ ਸੀ ਕਿਸਾਨਾਂ ਦੀ, ਉਹ ਅਸੀਂ ਬਰਬਾਦ ਕਰਤੀ। ਟੈਕਸਟਾਈਲ ਐਡਾ ਵੱਡਾ ਸੀਗਾ, ਟੈਕਸਟਾਈਲ ਇੰਡਸਟਰੀ ਬਠਿੰਡੇ ਵੀ ਸੀਗੀ, ਬਰਨਾਲੇ ਸੀਗੀ, ਹੋਰ ਥਾਵਾਂ ਤੇ ਸੀ, ਕੋਆਪਰੇਟਿਵ ਦੇ ਚ ਬੰਦ ਹੋ ਗਈਆਂ, ਵੇਚਤੀਆਂ ਫੀਸਾਂ। ਸੋ ਇਸ ਲਈ ਜਿਹੜਾ ਹੁਣ ਮਿਲਕ ਦਾ ਕੰਮ ਹੋਇਆ ਵੇਰਕਾ ਦਾ, ਪ੍ਰੋਫੈਸ਼ਨਲ ਲੈਵਲ ਤੇ ਸਰਵਾਈਵ ਕਰ ਰਿਹਾ, ਠੀਕ ਹੈ, ਪ੍ਰੋਫੈਸ਼ਨਲ ਲੈਵਲ ਤੇ ਉਹਨੂੰ ਵੀ ਬਹੁਤ ਕੁਝ ਦੀ ਲੋੜ ਅੱਜ। ਜਿਵੇਂ ਅਮੁੱਲ ਵਾਲਿਆਂ ਨੇ ਚਲਾਇਆ, ਉਹ ਅਮੁੱਲ ਵਾਲਿਆਂ ਦਾ ਕੀ ਹੈ, ਜਿਵੇਂ ਤੁਸੀਂ ਕਰਦੇ ਹੋ ਕਿ ਫਾਰਮਰ ਤੱਕ ਪਹੁੰਚਦੇ ਆ, ਉਹਨਾਂ ਨੇ ਆਪਣਾ ਡਾਕਟਰਾਂ ਦਾ ਪੂਰਾ ਮਹਿਕਮਾ ਤਿਆਰ ਰੱਖਿਆ ਵਾ, ਮੋਬਾਈਲ ਮੈਡੀਕਲ ਸਹੂਲਤ ਡੰਗਰਾਂ ਤੱਕ ਪਹੁੰਚਾਉਣ ਲਈ ਹੈ, ਲੱਖਾਂ ਕਿਸਾਨ ਉਹਦੇ ਤੇ ਜੁੜੇ ਹੋਏ ਹੈ। ਉੱਥੇ ਤੱਕ ਉਹਨਾਂ ਨੂੰ ਕਰਜ਼ੇ ਤੱਕ ਦੇ ਰੂਪ ਚ ਵੀ ਦਿੰਦੇ, ਫੀਡ ਵੀ ਬਣਾਉਂਦੇ ਆ, ਸਾਰਾ ਕੁਝ ਬਣਾਉਂਦੇ ਆ, ਉਹ ਪੂਰੇ ਪ੍ਰੋਫੈਸ਼ਨਲ ਨੇ ਪੂਰਾ ਕੋਆਪਰੇਟਿਵ ਦਾ ਬਿਲਡ ਕਰਿਆ। ਵੇਰਕਾ ਹਾਲੇ ਉਹਦੇ ਤੋਂ ਕਿਤੇ ਜ਼ਿਆਦਾ ਪਿੱਛੇ ਹੈ। ਉਹਨੂੰ ਪ੍ਰੋਫੈਸ਼ਨ ਤੇ, ਜਦੋਂ ਕਿ ਅਸੀਂ ਐਗਰੀਕਲਚਰ ਚ ਕਹਿੰਦੇ ਆ, ਡੇਅਰੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਐਗਰੀਕਲਚਰ ਦੇ ਵਿੱਚ, ਕਿ ਉਹਦੇ ਕਰਕੇ ਸਾਡਾ ਪ੍ਰਾਇਮਰੀ ਸੈਕਟਰ ਦਾ ਸ਼ੇਅਰ ਕਾਫੀ ਜ਼ਿਆਦਾ, ਜਿਹੜੀ ਕੁੱਲ ਪੈਦਾਵਾਰ ਹੈ ਪੰਜਾਬ ਦੀ ਉਹਦੇ ਵਿੱਚ, ਤੇ ਉਹ ਡੇਅਰੀ ਦਾ ਬਹੁਤ ਵੱਡਾ ਉਹਦੇ ਚ ਹੈਗਾ। ਤੇ ਡੇਅਰੀ ਦੇ ਵਿੱਚ ਅਸੀਂ ਵੇਰਕਾ ਜਿਹੜੀ ਮਿਲਕ ਫੈਡ ਉਹਦੇ ਰਾਹੀਂ ਬੈਠੇ ਆ, ਲੇਕਿਨ ਉਹਨੂੰ ਉਸ ਪ੍ਰੋਫੈਸ਼ਨ ਲੈਵਲ ਤੇ ਕਿ ਇੰਟਰਨੈਸ਼ਨਲ ਲੈਵਲ ਤੇ ਲੈ ਜਾਈਏ ਅਸੀਂ ਉਹਨੂੰ, ਤੇ ਉਹਨੂੰ ਕਰ ਲਈਏ ਜਿਹਦੀ ਕੈਪੈਸਿਟੀ ਹੋ ਸਕਦੀ ਹੈ। ਤੇ ਉਹਦੇ ਲਈ ਫਿਰ ਇੱਕ ਹੋਰ ਇਨਫਰਾਸਟ੍ਰਕਚਰ ਚਾਹੀਦਾ, ਐਵੇਂ ਬਾਕੀ ਇੰਡਸਟਰੀ ਨੂੰ ਵੀ ਚਾਹੀਦਾ। ਉਹ ਜੇ ਪ੍ਰਾਈਵੇਟ ਵੀ ਹੈ ਤਾਂ ਉਹਨੂੰ ਵੀ ਇੱਕ ਇਨਫਰਾਸਟ੍ਰਕਚਰ ਤੇ ਉਹਦਾ ਸਾਰਾ ਕੁਝ ਚਾਹੀਦਾ। ਤੇ ਜਿਹਦੇ ਲਈ ਬਹੁਤ ਸਾਰੀ ਜਿਹੜੀ ਇੰਡਸਟਰੀ ਦਾ ਬਿਜਲੀ ਤੇ ਹੀ ਰੌਲਾ ਪਾਈ ਜਾਂਦੀ ਹੈ, ਜਦੋਂ ਐਗਰੀਕਲਚਰ ਦੇ ਵਿੱਚ ਪ੍ਰੈਸ਼ਰ ਪੈਂਦਾ, ਉਹ ਕਹਿੰਦਾ ਇੱਥੇ ਇੰਡਸਟਰੀ ਤੇ ਕੱਟ ਲਾ ਦਿਓ, ਫਿਰ ਇੰਡਸਟਰੀ ਨੇ ਕੀ ਚੱਲਣਾ। ਜੀ ਟਵਾਣਾ ਸਾਹਿਬ, ਇੱਕ ਇੱਕ ਇਹਦੇ ਤੇ ਇੱਥੇ ਹੋਰ ਗੱਲ ਖੜੀ ਹੁੰਦੀ ਹੈ, ਪਤਾ ਨਹੀਂ ਇਹ ਸਵਾਲ ਜਿਹੜਾ ਉਹ ਜਾਇਜ਼ ਹੈ ਕਿ ਨਹੀਂ, ਕਿ ਵਪਾਰੀ ਜਿਹੜੇ ਨੇ, ਜਿਹੜੇ ਕਾਰੋਬਾਰੀ ਨੇ, ਉਹ ਆਪਣੇ ਹਿੱਤ ਨੂੰ ਬਹੁਤਾ ਅੱਗੇ ਰੱਖਦੇ ਨੇ, ਜਾਂ ਉਹ ਪ੍ਰੋਫਿਟ ਜਿੱਥੋਂ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਬਹੁਤ ਜ਼ਿਆਦਾ ਹੋਵੇ, ਉਹੋ ਜਿਹੇ ਪਾਸੇ ਵੱਲ ਨੂੰ ਤੁਰਦੇ ਨੇ, ਜਿਹਦੇ ਕਰਕੇ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਸਰਕਾਰਾਂ ਹੋਰ ਕਿੰਨਾ ਕੁ ਵਪਾਰੀਆਂ ਨੂੰ ਜਿਹੜਾ ਪ੍ਰਭਾਵਿਤ ਕਰਨ ਲਈ ਸਕੀਮਾਂ ਲੈ ਕੇ ਆਉਣ ਜਾਂ ਨੀਤੀਆਂ ਘੜਨ, ਕਿਉਂਕਿ ਉਹ ਆਪਣਾ ਪ੍ਰੋਫਿਟ ਵੱਧ ਦੇਖਦੇ ਨੇ। ਉਹਨਾਂ ਨੂੰ ਤਾਂ ਉਹੀ ਪ੍ਰਵਾਸੀ ਮਜ਼ਦੂਰਾਂ ਵਾਲੀ ਲੇਬਰ ਚਾਹੀਦੀ ਹੈ, ਜਿਹੜੀ ਘੱਟ 'ਚ ਗੁਜ਼ਾਰਾ ਕਰ ਲੇ, ਜਿਹੜੀ ਟੀਨ ਦੀਆਂ ਛੱਤਾਂ 'ਚ ਰਹੇ, ਜਿਨ੍ਹਾਂ ਦੇ ਨਾਲ ਉਹ ਕੁਝ ਵੀ ਸ਼ੋਸ਼ਣ ਵਾਂਗੂ ਕਰ ਸਕਦੇ ਨੇ। ਇਹ ਬੜਾ ਮਤਲਬ ਸੀਰੀਅਸ ਜਿਹੜਾ ਸਵਾਲ ਹੈ। ਦੇਖੋ, ਇੰਡੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਮੋਨੋਪੋਲੀ ਪਾਵਰ ਵੱਧ ਰਹੀ ਹੈ। ਹਾਂਜੀ, ਮੋਨੋਪੋਲੀ ਪਾਵਰ ਦਾ ਮਤਲਬ ਹੈ ਕਿ ਕਾਫੀ ਕੁਝ ਜਿਹੜਾ ਵਪਾਰ ਹੈ, ਪੈਦਾਵਾਰ ਵੀ ਹੈ, ਉਹ ਕੁਝ ਕੰਪਨੀਆਂ ਕੋਲ ਜਾ ਰਿਹਾ, ਗਿਣਤੀ ਦੀਆਂ ਕੰਪਨੀਆਂ ਨੇ, ਉਹ ਅਡਾਨੀ ਦੀਆਂ, ਅੰਬਾਨੀ ਦੀਆਂ, ਟਾਟੇ ਦੀਆਂ, ਬਿਰਲੇ ਦੀਆਂ, ਉਧਰ ਨੂੰ ਜਾਈ ਜਾ ਰਿਹਾ। ਤੇ ਜਿਹੜੇ ਛੋਟੇ ਛੋਟੇ ਕੋਵਿਡ ਦੇ ਦੌਰਾਨ ਵਪਾਰ ਬੰਦ ਹੋਏ, ਉਹਨਾਂ ਦੀ ਤਾਂ ਇਨਕਮ ਜਾਂਦੀ ਰਹੀ, ਉਹ ਤਾਂ ਬੰਦ ਕਰ ਗਏ, ਲੇਕਿਨ ਉਹਨਾਂ ਦੀ ਇਨਕਮ ਉਸ ਸਮੇਂ ਦੌਰਾਨ ਵੱਧਦੀ ਗਈ, 34% ਵਧੀ ਹੈ ਨਾ ਜੀ। ਉਸ 3 ਮਹੀਨਿਆਂ ਦੇ ਵਿੱਚ, ਜਿਹੜਾ 2020 ਦਾ ਅਪ੍ਰੈਲ ਤੋਂ ਲੈ ਕੇ ਮਈ ਜੂਨ ਦੇ 3 ਮਹੀਨੇ 34% ਇਨਕਮ ਵਧੀ। ਜਿਹੜੇ ਵਪਾਰ ਬੰਦ ਹੋਏ ਉਹਨਾਂ ਕੋਲ ਸ਼ਿਫਟ ਕਰ ਗਏ। ਸੋ ਸਰਕਾਰਾਂ ਜਿਹੜੀਆਂ ਨੇ, ਉਹ ਉਹਨਾਂ ਨੂੰ ਜ਼ਿਆਦਾ ਜਿਹੜੀਆਂ ਨੇ ਨਾ ਦਿੰਦੀਆਂ ਨੇ ਰਿਆਇਤਾਂ। ਉਹ ਇੱਕ ਵਰਗ ਹੈ ਜਿਹੜਾ ਪੂਰੀ ਤਰ੍ਹਾਂ ਵਰਕਰਾਂ ਦੀ ਨਹੀਂ ਪਰਵਾਹ ਕਰਦੇ, ਉਹ ਵਰਕਰਾਂ ਨੂੰ ਨਹੀਂ ਦਿੰਦੇ ਜ਼ਿਆਦਾ ਕੁਝ ਉਹ, ਲੇਕਿਨ ਸਰਕਾਰਾਂ ਉਹਨਾਂ ਨੂੰ ਦਿੰਦੀਆਂ। ਉਹਨਾਂ ਦੇ ਕਰਜ਼ੇ ਮਾਫ ਹੁੰਦੇ, NPA ਹਾਂਜੀ, ਉਹ ਬੈਂਕਾਂ ਦੇ ਪੈਸੇ ਲੈ ਕੇ ਜਿਹੜਾ ਯੂਜ਼ ਕਰਦੇ ਆ, ਜਾਂ ਫਿਰ ਭੱਜ ਵੀ ਜਾਂਦੇ ਆ ਨਾ ਜੀ, ਵਿਜੇ ਮਾਲਿਆ ਵਰਗੇ। ਸੋ ਸਰਕਾਰ ਜਿਹੜੀ ਹੈ ਇਹ ਠੀਕ ਹੈ, ਅੱਛਾ, ਉਹ ਵਰਕਰਾਂ ਨੂੰ ਵੀ ਆਪਣੇ ਰਾਈਟ ਨਹੀਂ ਦਿੰਦੇ ਹੈ ਨਾ ਜੀ, ਜੋ ਮਰਜ਼ੀ ਕਰੋ। ਉਹ ਇੱਕ ਹਿੱਸਾ, ਉਹ ਬਹੁਤ ਸਾਰੀਆਂ ਇੰਡਸਟਰੀਜ਼ ਲੁਧਿਆਣੇ ਦੀਆਂ ਹੈਗੀਆਂ ਵੱਡੀਆਂ, ਜਿਹੜੀਆਂ ਟ੍ਰੇਡ ਯੂਨੀਅਨ ਨੂੰ ਰਜਿਸਟਰ ਵੀ ਨਹੀਂ ਕਰਨ ਦਿੰਦੀਆਂ, ਨਹੀਂ ਰਜਿਸਟਰ ਹੋਣ ਦਿੰਦੀਆਂ ਉਹ, ਕਿਉਂਕਿ ਜੇ ਟ੍ਰੇਡ ਯੂਨੀਅਨ ਰਜਿਸਟਰ ਹੋ ਜੇ, ਉਹ ਫਿਰ ਜਿਹੜੀ ਆਪਣੇ ਰਾਈਟ ਮੰਗਦੀ ਹੈ,
ਉਹ ਵਰਕਰ ਨੂੰ ਜਿਹੜਾ ਨਾ ਪੇਰੋਲ ਤੇ ਹੀ ਨਹੀਂ ਰੱਖਦੇ, ਉਹ ਕੰਟਰੈਕਟ ਜਾਂ ਉਹ ਡੇਲੀ ਤੇ ਰੱਖ ਲੈਂਦੇ ਆ ਤੇ ਉਹਨੂੰ ਆਉਣ ਹੀ ਨਹੀਂ ਦਿੰਦੇ। ਜਿਹੜਾ ਕਿ ਵੀ ਹਾਂ ਜੀ ਹੁਣ ਵਰਕਰ ਜੇ 400 ਤੱਕ ਦਾ ਵਰਕਰ ਆ, ਟ੍ਰੇਡ ਯੂਨੀਅਨ ਐਕਟ ਲਾਗੂ ਹੀ ਨਾ ਕਰੋ। ਸੋ ਇਸ ਤਰ੍ਹਾਂ ਦਾ ਕਰਕੇ ਮਤਲਬ ਉਹਨੂੰ ਕੱਢਦੇ। ਇਹ ਤਾਂ ਆਪਣੀ ਥਾਂ ਤੇ ਆ ਕਿ ਵਰਕਰਾਂ ਨੂੰ ਉਹ ਦਿੰਦੇ ਟੀਮ ਚ ਸੌ ਗਿਆ ਹੋਰ ਜਿਹੜਾ ਹੋ ਗਿਆ। ਲੇਕਿਨ ਜਿਹੜੀ ਬਹੁਤ ਛੋਟੇ ਧੰਦੇ ਕਰਨ ਵਾਲੀ MSMEs ਨੇ, ਜਿਹੜੀਆਂ ਮੀਡੀਅਮ ਸਾਈਜ਼ ਨੂੰ ਵੀ ਛੱਡ ਲਓ, ਜਿਹੜੀਆਂ ਮਾਈਕਰੋ ਤੇ ਸਮਾਲ ਇੰਡਸਟਰੀ ਆ, ਉਹ ਬੰਦਿਆਂ ਦੇ ਕੋਲ ਬਹੁਤ ਜ਼ਿਆਦਾ ਪੂੰਜੀ ਉਸ ਤਰ੍ਹਾਂ ਦੀ ਇਕੱਠੀ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਦਾ ਆਪਾਂ ਕਹਿੰਦੇ ਆ। ਉਹਨਾਂ ਚੋਂ ਤਾਂ ਬਹੁਤ ਸਾਰੇ ਜਦੋਂ ਕੋਈ ਕ੍ਰਾਈਸਿਸ ਆਉਂਦਾ ਸਭ ਤੋਂ ਪਹਿਲਾਂ ਉਹ ਮਰਦੇ, ਤੇ ਉਹੀ ਸੈਂਕੜਿਆਂ ਦੀ ਗਿਣਤੀ ਚ ਨਹੀਂ, ਹਜ਼ਾਰਾਂ ਦੀ ਗਿਣਤੀ ਚ ਉਹ ਬੰਦ ਹੋਏ ਆ ਕੋਵਿਡ ਦੇ ਦੌਰਾਨ। ਉਹ ਸਿੱਖ ਨੇ। ਉਹ ਜਿਹੜੀ ਕਹਿੰਦੇ ਸੀ ਵਨ ਟਾਈਮ ਸੈਟਲਮੈਂਟ 2018 ਚ ਕੱਢੀ ਗਈ, ਉਹ 7200 ਦੇ ਕਰੀਬ ਉਹੀ ਸਿੱਖ ਇੰਡਸਟਰੀ ਸੀਗੀ ਜਿਹਨੂੰ ਕਹਿੰਦੇ ਸੀ ਕੱਢਣਾ, ਲੇਕਿਨ ਉਹ ਨਹੀਂ ਸੋਲਵ ਹੋਇਆ। ਸੋ ਉਹ ਜਿਹੜੇ ਵੱਡੀਆਂ ਇੰਡਸਟਰੀਆਂ ਵਾਲੇ ਆ, ਉਹ ਛੋਟੇ ਜਿਹੜੇ ਧੰਦੇ ਵਾਲੇ ਉਹਨਾਂ ਦੀ ਵੀ ਲੁੱਟ ਕਰਦੇ ਆ। ਲੇਕਿਨ ਜਦੋਂ ਲੁੱਟ ਹੁੰਦੀ ਹੈ ਫਿਰ ਉਹ ਸਰਵਾਈਵ ਕਰਦੇ ਆ। ਤੇ ਵਰਕਰ ਜਿਹੜੇ ਆ, ਵਰਕਰ ਤਾਂ ਦੇਖੋ 18,000 ਘੱਟੋ ਘੱਟ ਮਿਨੀਮਮ ਵੇਜ ਮੰਗਦੇ ਸੀ, ਉਹ ਹੁਣ 25,000 ਮੰਗਦੇ ਆ। ਉਹਨਾਂ ਨੂੰ ਮਹੀਨੇ ਦੀ 25,000 ਮਿਨੀਮਮ ਵੇਜ ਵੀ ਨਹੀਂ ਦਿੰਦੇ, ਤੇ ਉਹਨਾਂ ਨੂੰ ਔਨ ਰਿਕਾਰਡ ਵੀ ਨਹੀਂ ਲਿਆਉਂਦੇ। ਇਹ ਤਾਂ ਆਪਣੀ ਥਾਂ ਤੇ ਹੈ। ਉਹ ਲਾਗੂ ਕਰਨਾ ਵੀ ਜਿਹੜਾ ਸਰਕਾਰ ਦਾ ਕੰਮ ਹੈ, ਲੇਕਿਨ ਇੱਕ ਮਾਹੌਲ ਬਣਾਉਣਾ, ਜਿਹੜਾ ਮੈਂ ਕਹਿੰਦਾ ਕਿ ਤੁਸੀਂ ਪ੍ਰੋਫੈਸ਼ਨਲ ਕਰੋ, ਉਹ ਚ ਪੋਲੀਟੀਕਲ ਫਾਇਦਾ ਕਿ ਮੇਰਾ ਹਿੱਸਾ ਬਣ ਜੇ ਤੇ ਮੈਂ ਕਰ ਲਾਂ। ਹੁਣ ਬਹੁਤ ਸਾਰੀ ਪੂੰਜੀ ਇੱਥੋਂ ਨਿਕਲ ਕੇ ਚਲੋ ਬਾਹਰ ਵੀ ਇਨਵੈਸਟ ਹੋ ਗਈ, ਬਹੁਤ ਸਾਰੇ ਪੋਲੀਟੀਸ਼ੀਅਨ ਨੇ ਇੱਥੋਂ ਪੈਸਾ ਕਮਾ ਕੇ ਵੀ ਬਾਹਰ ਲਾਤਾ ਜੀ, ਉਹਨਾਂ ਚ ਹੈਗੇ ਆ। ਸੋ ਜਿਹੜਾ ਬੰਦਾ ਇੱਥੇ ਇੰਡਸਟਰੀ ਲਾਉਣਾ ਚਾਹੁੰਦਾ, ਜਿਹੜਾ ਬੰਦਾ ਇੱਥੇ ਇੰਡਸਟਰੀ ਲਾ ਕੇ, ਜਾਂ ਤਾਂ ਤੁਸੀਂ ਪਬਲਿਕ ਸੈਕਟਰ ਚਲਾ ਲਓ, ਉਹ ਤਾਂ ਚੈਪਟਰ ਖਤਮ ਹੋ ਗਿਆ ਹੁਣ ਪੰਜਾਬ 'ਚ। ਪੰਜਾਬ ਸਰਕਾਰ ਕੋਲ ਤਾਂ ਇਸ ਵਾਰੀ ਵੀ ਜਿਹੜਾ ਕੈਪੀਟਲ ਐਕਸਪੈਂਡੀਚਰ ਆ ਉਹ 10,000 ਕਰੋੜ ਹੀ ਹੈ, ਉਹਦੇ 'ਚ ਕੋਈ ਇੰਡਸਟਰੀ ਨਹੀਂ ਲੱਗਦੀ। ਅਸੀਂ ਤਾਂ ਜਿਹੜੀਆਂ ਪਹਿਲੀਆਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਸਾਂਭ ਨਹੀਂ ਸਕੇ, ਉਹ ਕੋਆਪਰੇਟਿਵ ਮਹਿਕਮੇ ਸੀ ਚਾਹੇ ਦੂਜੀਆਂ ਸੀਗੀਆਂ। ਸੋ ਅਸੀਂ ਜਿਹੜਾ ਪ੍ਰਾਈਵੇਟ ਬੰਦਾ ਕਰ ਰਿਹਾ, ਉਹ ਇਸ ਸਿਸਟਮ ਦੇ ਵਿੱਚ ਆ ਰਿਹਾ, ਤੇ ਉਹਨੂੰ ਇੱਕ ਮਾਹੌਲ ਦੇਣ ਦੀ ਗੱਲ ਹੈ ਕਿ ਚਲੋ ਉਸ ਮਾਹੌਲ ਦੇ ਵਿੱਚ ਉਹ ਕੰਮ ਕਰ ਸਕੇ। ਜਿਵੇਂ ਦੇ ਤੁਸੀਂ ਫਰੌਤੀਆਂ ਮੰਗੇ, ਜਿਵੇਂ ਗੈਂਗਸਟਰ ਪੈਦਾ ਹੋ ਗਏ, ਫਰੌਤੀਆਂ ਮੰਗੀਆਂ ਜਾਂਦੀਆਂ, ਹੋਰ ਬਹੁਤ ਕੁਝ ਹੈ, ਤੇ ਉਹਨਾਂ ਲਈ ਇਨਫਰਾਸਟ੍ਰਕਚਰ ਦੀ ਗੱਲ ਹੈ। ਉਹ ਅਸੀਂ ਕਹਿੰਦੇ ਹਾਂ ਕਿ ਕੋਈ ਲੌਂਗ ਟਰਮ ਪਲਾਨਿੰਗ ਜਿਹੜੀ ਬਣਾ ਕੇ ਉਹਨਾਂ ਦੇ ਲਈ ਸਪੈਸ਼ਲ, ਤੇ ਉਹ ਤਾਂ ਤੁਸੀਂ ਹੁਣ ਜਿਹੜੇ ਕਰਪਸ਼ਨ ਦੇ ਕੇਸ ਆਉਣੇ ਸ਼ੁਰੂ ਹੋਏ IAS ਦੇ, ਉਹਨਾਂ ਨੇ ਇੰਡਸਟਰੀ 'ਚ ਪਤਾ ਨਹੀਂ ਕਿੰਨਾ ਕੁਝ ਕਰਪਸ਼ਨ ਕੀਤੀ ਹੈ ਨਾ ਜੀ। MLA ਨੇ ਪਤਾ ਨਹੀਂ ਕਿੰਨੀ ਕਰਪਸ਼ਨ ਕੀਤੀ। ਹੁਣ ਤੁਸੀਂ ਡਿਸਟਿਲਰੀ ਦੀ ਉਹ ਗੱਲ ਕਰੋ, ਜਿਹੜੀ ਡਿਸਟਿਲਰੀ ਉਹਦੇ ਲੀਗਲੀ ਲੱਗੀ ਵੀ ਹੈ, ਉਹਦੀ ਬਜਾਏ ਕਿ ਇਲੀਗਲ ਚੱਲ ਰਹੀ ਹੈ, ਤੇ ਇਲੀਗਲ 2 ਨੰਬਰ ਦਾ ਮਾਲ ਪਤਾ ਨਹੀਂ ਕਿੰਨਾ ਆ ਰਿਹਾ। ਉਹ ਕੋਈ ਪੈਦਾ ਕਰਦਾ, ਲੇਕਿਨ ਉਹ ਬਲੈਕ ਇਕਨੋਮੀ ਹੈ। ਸੋ ਇਹ ਸਾਰਾ ਕੁਝ ਆਪਣੀ ਥਾਂ ਤੇ ਹੈਗਾ, ਲੇਕਿਨ ਮਾਹੌਲ ਜਿਹੜਾ ਬਣਾਉਣਾ, ਕਰਪਸ਼ਨ ਬੰਦ ਕਰਨੀ, ਟਰਾਂਸਪੇਰੈਂਟ ਕਰਨੀ, ਉਹਦੇ ਲਈ ਤੁਸੀਂ ਉਹਨੂੰ ਜਿਹੜਾ ਇੱਕ ਪੂਰਾ ਇਨਫਰਾਸਟ੍ਰਕਚਰ ਲੌਜਿਸਟਿਕਸ ਦੇਣੀਆਂ, ਉਹ ਸਾਰਾ ਕੁਝ ਜੇ ਦੇ ਦਿਓ ਤਾਂ ਇਹ ਠੀਕ ਹੈ ਕਿ ਕੋਈ ਵੀ ਪ੍ਰਾਈਵੇਟ ਬੰਦਾ ਜੇ ਉਹਨੂੰ ਮੁਨਾਫਾ ਨਹੀਂ ਹੁੰਦਾ ਉਹ ਪੈਦਾ ਨਹੀਂ ਕਰੂਗਾ। ਇਹ ਤਾਂ ਵੱਡਾ ਸਿੱਧਾ ਪ੍ਰਿੰਸੀਪਲ ਹੈ। ਇਹਦੇ ਤੇ ਤਾਂ ਸਰਕਾਰੀ ਜਿਹੜੀ ਕੋਈ ਕੰਪਨੀ ਉਹ ਚੱਲ ਸਕਦੀ ਹੈ, ਸਰਕਾਰ ਉਹਨੂੰ ਮਦਦ ਕਰਦੇ ਜੇ ਉਹ ਲਾਸ 'ਚ ਜਾਂਦੀ ਹੈ, ਘਾਟੇ 'ਚ ਜਾਂਦੀ ਹੈ। ਇਹ ਮੁਨਾਫੇ ਤੋਂ ਬਿਨਾ ਕਿਸੇ ਵੀ ਪ੍ਰਾਈਵੇਟ ਨੇ, ਇਹ ਸਿਸਟਮ ਦੇ ਵਿੱਚ ਦੋਵੇਂ ਚੱਲਦੇ ਆ, ਪ੍ਰਾਈਵੇਟ ਵੀ ਹੈਗਾ, ਪਬਲਿਕ ਸੈਕਟਰ ਵੀ ਹੈਗਾ ਇੰਡੀਆ ਦੇ ਵਿੱਚ। ਇਹਨੂੰ ਮਿਕਸਡ ਇਕਨੋਮੀ ਅਸੀਂ ਕਹਿੰਦੇ ਆ। ਤੇ ਉਹਦੇ ਜੇ ਪ੍ਰਾਈਵੇਟ ਤੁਸੀਂ ਕਹਿੰਦੇ ਹੋ ਅੱਜ ਰੁਜ਼ਗਾਰ ਦੇਣਾ ਤੇ ਪੈਦਾ ਕਰਨਾ, ਜਿਵੇਂ IT ਹੱਬ ਤੁਸੀਂ ਹੈਦਰਾਬਾਦ ਦੀ ਗੱਲ ਕੀਤੀ, ਮੈਂ ਬੰਗਲੌਰ ਦੀ ਕੀਤੀ, ਗੁੜਗਾਉਂ ਦੀ ਕੀਤੀ, ਮੁੰਬਈ ਦੀ ਕਰ ਲਈਏ, ਉਹ ਮਾਹੌਲ ਤੇ ਉਹਨੂੰ ਇਨਫਰਾਸਟ੍ਰਕਚਰ ਦੇਣਾ ਤਾਂ ਕਿ ਇੱਥੇ ਇਨਵੈਸਟਮੈਂਟ ਹੋਵੇ ਤੇ ਇੰਡਸਟਰੀ ਜਿਹੜੀ ਆ ਉਹ ਪਨਪੇ, ਤੇ ਇਹ ਵੱਡੀ ਇੰਡਸਟਰੀ ਵੀ ਆਵੇ। ਸੈਕੰਡਲੀ ਛੋਟੀਆਂ ਇੰਡਸਟਰੀਆਂ ਜਿਹੜੀ MSMEs ਨੇ, ਜਿਹੜਾ ਬਹੁਤ ਵੱਡਾ ਰੁਜ਼ਗਾਰ ਦਾ ਸਾਧਨ ਨੇ, ਵੱਡਾ ਰੁਜ਼ਗਾਰ ਉਹਨਾਂ 'ਚ ਹੈ, ਤੇ ਉਹਨਾਂ ਨੂੰ ਤੁਸੀਂ ਉਸ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ, ਉਹ ਬੰਦੇ ਬਹੁਤ ਜ਼ਿਆਦਾ ਮੁਨਾਫੇ 'ਚ ਵੀ ਨਹੀਂ ਹੈ, ਉਹ ਠੀਕ ਹੈ ਆਪਣਾ ਕੰਮ ਚਲਾਉਂਦੇ, ਐਡੇ ਵੱਡੇ ਨਹੀਂ ਬਣਦੇ ਉਹ। ਤੇ ਉਹਨਾਂ ਨੂੰ ਉਸ ਹਿਸਾਬ ਕਿਤਾਬ 'ਚ ਦੇ ਕੇ ਤੁਸੀਂ ਕਿਵੇਂ ਬਚਾ ਸਕਦੇ ਹੋ, ਦੇਖਣ ਦੀ ਲੋੜ ਹੈ। ਟਵਾਣਾ ਸਾਹਿਬ, ਸਮਾਂ ਵੀ ਕਾਫੀ ਹੋ ਗਿਆ। ਮੇਰਾ ਆਖਰੀ ਸਵਾਲ ਹੈ, ਜਦੋਂ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ ਤਾਂ ਜਿਵੇਂ ਹੁਣ ਪੰਜਾਬ ਸਰਕਾਰ ਨੇ ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ, ਕਿ ਸਾਡੇ ਨਾਲ ਜਿਹੜੇ NRI ਪੰਜਾਬੀ ਸਹਿਯੋਗ ਕਰਨ, ਉਹ ਜਿਵੇਂ ਕਹਿਣਗੇ ਅਸੀਂ ਉਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਫੰਡ ਉੱਥੋਂ ਆਉਣਗੇ
ਉਸ ਪਾਸੇ ਵੱਲ ਨੂੰ ਲਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਸੂਬਾ ਤਰੱਕੀ ਕਰੇ, ਪਰ ਐਨਆਰਆਈ ਪੰਜਾਬੀ ਕਰੋੜਾਂ ਡਾਲਰ ਉਧਰ ਤਾਂ ਦਾਨ ਕਰ ਦਿੰਦੇ ਨੇ, ਇੱਧਰ ਭਰੋਸਾ ਜਿਹਾ ਨਹੀਂ ਬਣਦਾ ਸਰਕਾਰ ਦੇ ਉੱਤੇ। ਜਿਹੜੇ ਪੰਜਾਬ ਹਿਤੈਸ਼ੀ ਨੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਗੱਲ ਪੰਜਾਬ ਦੀ ਕਰਦੇ ਹੋ, ਤੁਸੀਂ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਵਾਲ ਚੁੱਕਿਆ ਸੀ ਕਿ ਤੁਸੀਂ ਜੇ ਤੁਹਾਨੂੰ ਵਾਕਈ ਪੰਜਾਬ ਨਾਲ ਕੋਈ ਦਰਦ ਹੈ ਐਨਆਰਆਈ ਪੰਜਾਬੀਆਂ ਨੂੰ, ਤਾਂ ਤੁਸੀਂ ਕਮਾਈ ਉੱਥੇ ਕਰੋ, ਪਰ ਆਪਣੇ ਬੱਚਿਆਂ ਨੂੰ ਇੱਥੇ ਵਪਾਰ ਸ਼ੁਰੂ ਕਰਾਓ ਤਾਂ ਕਿ ਉਹ ਵੀ ਪੰਜਾਬ ਦੇ ਨਾਲ ਜੁੜਨ, ਤੇ ਨਾਲੇ ਪੰਜਾਬ ਦੇ ਵਿੱਚ ਵੀ ਜਿਹੜੀ ਇਕਨੋਮੀ ਹੈ ਉਹ ਉੱਪਰ ਜਾਵੇ ਪੰਜਾਬ ਦੀ, ਤੇ ਸਰਕਾਰ ਨੂੰ ਵੀ ਥੋੜਾ ਹੁਲਾਰਾ ਮਿਲੇ ਤੇ ਇੱਥੇ ਇੰਡਸਟਰੀ ਆਵੇ ਪੰਜਾਬ ਦੇ ਵਿੱਚ, ਆਪਣੇ ਬੰਦੇ ਵਪਾਰ ਕਰਨ, ਆਪਣੇ ਬੰਦਿਆਂ ਨੂੰ ਨਾਲ ਜੋੜਿਆ ਜਾਏ। ਨਹੀਂ ਤਾਂ ਫਿਰ ਗੱਲ ਉਹੀ ਕਿ ਪ੍ਰਵਾਸੀਆਂ ਨੇ ਇੱਕ ਨਾ ਇੱਕ ਦਿਨ ਪੰਜਾਬ ਦੇ ਉੱਤੇ ਕਾਬਜ਼ ਹੋ ਜਾਣਾ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਵਾਸੀਆਂ ਨੇ ਜਿਹਨੇ ਕੰਮ ਕਰਨਾ, ਜਿੱਥੇ ਆ ਕੇ ਕੰਮ ਕਰਨਾ, ਉਹਦੀ ਥਾਂ ਤਾਂ ਉੱਥੇ ਬਣਨੀ ਹੈ। ਜਿਵੇਂ ਅਸੀਂ ਜਾ ਕੇ ਕੈਨੇਡਾ 'ਚ ਵਸੀ ਜਾਂਦੇ ਹਾਂ ਤੇ ਉੱਥੇ ਅਸੀਂ ਖੜੇ ਹਾਂ, ਇਹ ਜਿਹੜਾ ਸਵਾਲ ਹੈ ਉਹ ਤਾਂ ਆਪਣੀ ਥਾਂ ਤੇ ਹੈ, ਅਸੀਂ ਉੱਥੇ ਤਾਂ ਰਹੀਏ ਪਰ ਇੱਥੇ ਕੋਈ ਨਾ ਆਵੇ, ਇਹ ਹੋ ਨਹੀਂ ਸਕਦਾ। ਜਦੋਂ ਅਸੀਂ ਇੱਥੋਂ ਜਾ ਰਹੇ ਹਾਂ ਤੇ ਜਿਹਨੇ ਕੰਮ ਕਰਨ ਲਈ ਇੱਥੇ ਆਉਣਾ ਤੇ ਨੈਚੁਰਲੀ ਹੋਊਗਾ, ਉਹ ਘੱਟ ਪੈਸੇ ਤੇ ਕੰਮ ਕਰਕੇ ਰਾਜੀ ਹੈ ਤੇ ਹੋਊ। ਦੂਜੀ ਗੱਲ ਹੈਗੀ ਹੈ ਕਿ ਇੱਥੋਂ ਤਾਂ ਪੂੰਜੀ ਜਿਹੜੀ ਹੈ ਪੰਜਾਬ ਚੋਂ ਬਾਹਰ ਜਾ ਰਹੀ ਹੈ, ਨੈਟ ਜਿਹੜਾ ਆਊਟਫਲੋ ਹੈ ਉਹ ਬਾਹਰੋਂ ਪੈਸਾ ਆਉਣ ਦੀ ਬਜਾਏ ਇੱਥੋਂ ਪੈਸਾ ਬਾਹਰ ਜਾ ਰਿਹਾ। ਉਹ ਫੀਸਾਂ ਦੇ ਰੂਪ 'ਚ ਜਾ ਰਿਹਾ, ਉਹ ਜਿਹੜੇ ਪਹਿਲਾਂ ਜਾ ਕੇ ਸੈਟਲ ਹੋ ਗਏ ਜ਼ਮੀਨਾਂ ਵੇਚ ਕੇ ਪੈਸਾ ਜਾ ਰਿਹਾ ਹੈ, ਬਜ਼ੁਰਗ ਇੱਥੋਂ ਜਾ ਰਹੇ ਆ ਵੱਡੀ ਗਿਣਤੀ 'ਚ। ਕੈਨੇਡਾ ਜੇ ਜਾਓ ਤੁਸੀਂ, ਬਹੁਤ ਬਜ਼ੁਰਗ ਜਾ ਕੇ ਬਹਿ ਗਏ, ਸੈਟਲ ਹੋ ਗਏ, ਤੇ ਉਹ ਪੈਸਾ ਜਿਹੜਾ ਇੱਥੋਂ ਦਾ ਕਾਫੀ ਆਊਟਫਲੋ ਰਿਹਾ। ਉਹ ਹੁਣ ਬੰਦਾ ਜਿਹੜਾ ਐਨਆਰਆਈ ਹੈ ਇੱਥੇ ਆ ਕੇ ਕਰੂ, ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਿਆ ਕਿ ਐਨਆਰਆਈ ਜਿਹੜੇ ਆ ਉਹ ਪੁਰਾਣੀਆਂ ਰਵਾਇਤੀ ਪਾਰਟੀਆਂ ਉਹਨਾਂ ਨੂੰ ਯੂਜ਼ ਕਰਦੀਆਂ ਰਹੀਆਂ, ਉਹ ਵੀ ਉਹਨਾਂ ਨੂੰ ਵਰਤਦੇ ਰਹੇ, ਐਨਆਰਆਈ ਵੀ ਕੁਝ ਵਰਤਦੇ ਰਹੇ, ਉਹਨਾਂ ਪੋਲੀਟੀਕਲ ਰੱਖਦੇ ਆ, ਬਹੁਤ ਸਾਰੇ ਮੈਨੂੰ ਵੀ ਮਿਲੇ ਆ। ਪਰ ਉਹਨਾਂ ਨੇ ਅਲਟੀਮੇਟਲੀ ਜਿਹੜੇ ਬੰਦੇ ਸੋਚ ਸਮਝ ਰੱਖਦੇ ਸੀ, ਚੰਗੇ ਸੀ, ਉਹ ਆਮ ਆਦਮੀ ਪਾਰਟੀ ਨਾਲ ਪਹਿਲਾਂ ਜੁੜੇ। ਜਿਹੜਾ 17 ਦੀ ਇਲੈਕਸ਼ਨ ਹੋਈ ਹੈ ਉਦੋਂ ਚਾਹੁੰਦੇ ਸੀਗੇ ਵੀ ਪੰਜਾਬ ਦਾ ਕੁਝ ਬਣੇ, ਅਸੀਂ ਕਰਨ ਲਈ ਤਿਆਰ ਆ। ਉਹਨਾਂ ਨੇ ਪੈਸੇ ਵੀ ਭੇਜੇ, ਪੈਸੇ ਦਿੱਤੇ ਵੀ, ਕਾਫੀ ਉਰੇ ਆ ਕੇ ਵੀ ਕੈਂਪੇਨ ਕੀਤੀ, ਉੱਥੋਂ ਆਏ। ਉਹ ਇਹ ਜਿਹੜਾ ਮਾਹੌਲ ਹੈ ਪੰਜਾਬ ਦਾ, ਉਹ ਮਾਹੌਲ ਤੁਸੀਂ ਇਨਵੈਸਟਮੈਂਟ ਦੇ ਰੂਪ 'ਚ ਜਾਂ ਉਸ ਤਰ੍ਹਾਂ ਦਾ ਸਿਰਜੋਗੇ ਜਿਹਦੇ 'ਚ ਕੋਈ ਐਨਆਰਆਈ ਜੇ ਉਹ ਪੈਸੇ ਲਾਉਣੇ ਚਾਹੁੰਦਾ ਵੀ ਹੈ ਤਾਂ ਲਾ ਸਕੇ, ਤਾਂ ਕਿ ਉੱਥੇ ਜੇ ਉਹ ਪੈਸੇ ਲਾਉਂਦਾ ਤੇ ਇੱਥੇ ਪੈਸੇ ਲਾਉਂਦਾ, ਉਨੀ ਕੁ ਉਹਨੂੰ ਕਮਾਈ ਉਹਦੇ ਬਰਾਬਰ ਹੋਊਗੀ ਤਾਂ ਹੀ ਆਊਗਾ, ਅਦਰਵਾਈਜ਼ ਨਹੀਂ ਆਊਗਾ। ਜਿਹੜੇ ਬਾਕੀ ਦਾ ਰੂਪ ਹੈਗਾ ਕਿ ਅਸੀਂ ਐਨਆਰਆਈ ਨੂੰ ਬਾਰ-ਬਾਰ ਅਪੀਲ ਕਰਦੇ ਹਾਂ, ਤੇ ਇੱਥੇ ਜਿਹੜੀ ਇੰਡਸਟਰੀ ਅੱਜ ਤੱਕ ਜਿੰਨੀ ਵੀ ਲੱਗੀ ਆ ਉਹ ਕੋਈ ਐਨਆਰਆਈ ਦੇ ਰੂਪ 'ਚ ਨਹੀਂ ਲੱਗੀ। ਐਨਆਰਆਈ ਦੇ ਰੂਪ 'ਚ ਕੋਈ ਵੱਡਾ ਇੱਥੇ ਵੈਂਚਰ ਖੜਾ ਹੋਇਆ ਨਹੀਂ, ਤੇ ਉਹ ਹੋਣ ਦੀ ਉਮੀਦ ਵੀ ਨਹੀਂ ਹੈ, ਕਿਉਂਕਿ ਜਦ ਤੱਕ ਮਾਹੌਲ ਬਦਲਦਾ ਨਹੀਂ ਤੇ ਜਦੋਂ ਤੱਕ ਉਹਨਾਂ ਦਾ ਧਰਵਾਸ ਨਹੀਂ ਬਣਦਾ, ਜੇ ਕੋਈ ਐਨਆਰਆਈ ਇੰਡਸਟਰੀਲਿਸਟ ਉੱਥੇ ਹੈਗਾ ਉਹ ਕਰ ਸਕਦਾ। ਬਾਕੀ ਐਨਆਰਆਈ ਬਹੁਤ ਸਾਰੇ ਪਿੰਡਾਂ 'ਚ ਬਹੁਤ ਵਧੀਆ ਕੰਮ ਵੀ ਕਰ ਰਹੇ ਆ, ਕਈ ਪਿੰਡਾਂ 'ਚ ਉਹਨਾਂ ਨੇ ਬਹੁਤ ਕੁਝ ਬਣਾਇਆ, ਸਕੂਲਾਂ ਦੇ ਵਿੱਚ ਰੂਪ 'ਚ, ਪਾਣੀ ਦੇ ਰੂਪ 'ਚ, ਹੋਰ ਦੇ ਰੂਪ 'ਚ। ਤੇ ਐਨਆਰਆਈ ਤੋਂ ਇਹ ਮਦਦ ਲੈ ਲੈਣੀ ਚਾਹੀਦੀ ਹੈ ਕਿ ਇੰਡਸਟਰੀ ਡਿਵੈਲਪ ਕਰੇ। ਜਿਹੜਾ ਵਾਤਾਵਰਨ ਵਾਲਾ ਇਸ਼ੂ ਹੈ, ਵਾਤਾਵਰਨ ਦੇ ਇਸ਼ੂ ਦੇ ਉੱਤੇ ਕਿ ਇੰਡਸਟਰੀ ਜਿਹੜੀ ਲੱਗੇ, ਹੁਣ ਇਹ ਆਉਣ ਵਾਲੇ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਮੁੱਦਾ ਬਹੁਤ ਸੀਰੀਅਸ ਹੋਣਾ ਕਿ ਜਿੰਨੇ ਦਰਿਆਵਾਂ ਦੇ ਵਿੱਚ ਇੰਡਸਟਰੀ ਦਾ ਪਾਣੀ ਪੈ ਰਿਹਾ ਜਾਂ ਸ਼ਹਿਰਾਂ ਦਾ ਪਾਣੀ ਪੈ ਰਿਹਾ, ਕੋਈ ਵੀ ਦਰਿਆ ਬਚਿਆ ਨਹੀਂ। ਮੱਤੇਵਾੜੇ ਵਾਲਾ ਇਸ਼ੂ ਜਿਹੜਾ ਉਹ ਇਸ ਕਰਕੇ ਬਣਿਆ ਵੀ ਫਿਰ ਬਚ ਕੀ ਗਿਆ। 23% ਜੰਗਲ ਸੀਗੇ 81-82 ਦੇ ਵਿੱਚ, ਹੁਣ 6% ਰਹਿ ਗਏ ਜੀ ਪੰਜਾਬ ਦੇ ਵਿੱਚ। ਤੇ ਵਾਤਾਵਰਨ ਮਤਲਬ ਪੂਰਾ, ਪਾਣੀ ਵੀ ਖਰਾਬ ਹੈ, ਹਵਾ ਵੀ ਖਰਾਬ ਹੈ, ਜ਼ਮੀਨ ਦੀ ਸਿਹਤ ਵੀ ਖਰਾਬ ਹੈ। ਸੋ ਜੇ ਇੰਡਸਟਰੀ ਨੇ ਸਰਵਾਈਵ ਕਰਨਾ, ਲਾਉਣਾ, ਤੇ ਇਹ ਹੁਣ ਜ਼ਰੂਰ ਹੋਣਾ ਕਿ ਭਾਈ ਵਾਤਾਵਰਨ ਨੂੰ ਬਚਾਓ ਫਿਰ ਇੰਡਸਟਰੀ ਲਾਓ। ਦੋਵਾਂ ਦਾ ਮੇਲ ਚਾਹੀਦਾ, ਬੈਲੈਂਸ ਚਾਹੀਦਾ ਕਿ ਇੰਡਸਟਰੀ ਵੀ ਲੱਗੇ ਤੇ ਇੰਡਸਟਰੀ ਦੇ ਨਾਲ ਨਾਲ ਵਾਤਾਵਰਨ ਵੀ ਖਰਾਬ ਨਾ ਰਹੇ। ਬਹੁਤ ਵੱਡਾ ਮੁੱਦਾ, ਤੁਸੀਂ ਉਹਨੂੰ ਬੈਲੈਂਸ ਕਿਵੇਂ ਰੱਖਣਾ। ਉਹਦੇ ਵਿੱਚ ਜੇ ਐਨਆਰਆਈ ਤੁਹਾਨੂੰ ਵੱਡੀ ਮਦਦ ਕਰ ਸਕਦੇ ਆ ਕਿ ਪਾਣੀ ਨੂੰ ਟ੍ਰੀਟਮੈਂਟ ਦੇ ਰੂਪ 'ਚ ਕਰ ਸਕਦੇ ਆ, ਜਾਂ ਜੰਗਲਾਂ ਦੇ ਰੂਪ 'ਚ ਕਰ ਸਕਦੇ ਆ, ਜਾਂ ਦਰਿਆਵਾਂ ਨੂੰ ਬਚਾਉਣ ਦੇ ਲਈ ਇੰਡਸਟਰੀ ਵੀ ਲੱਗੀ ਰਹੇ ਤੇ ਦਰਿਆ ਵੀ ਬਚ ਜਾਣ, ਉਹ ਕਿਵੇਂ ਦਾ, ਇਹਦੇ ਲਈ ਬਹੁਤ ਵੱਡੀ ਕੋਈ ਪਲਾਨ, ਸੀਰੀਅਸ ਥਾਟ ਚਾਹੀਦੀ ਹੈ। ਤੇ ਐਨਆਰਆਈ ਕਿਵੇਂ ਤੁਸੀਂ ਇਨਵੋਲਵ ਕਰ ਸਕਦੇ ਹੋ ਉਹ ਵੀ, ਤੇ ਉਹ ਸਾਰਾ ਕੁਝ ਸੀਰੀਅਸਨੈਸ ਮੰਗਦਾ, ਸਾਰਾ ਕੁਝ ਮੰਗਦਾ ਕਿ ਕਰਪਸ਼ਨ ਨਾ ਹੋਵੇ, ਸਾਰਾ ਕੁਝ ਮੰਗਦਾ ਲੋਕਾਂ ਦਾ ਵਿਸ਼ਵਾਸ ਵੱਜੇ ਸਰਕਾਰ ਦੇ ਵਿੱਚ ਕਿ ਹਾਂ ਕੁਝ ਪੋਜ਼ਿਟਿਵ ਹੋਊਗਾ, ਤੇ ਵਿਸ਼ਵਾਸ ਜਿੱਤਿਆ ਜਾਵੇ, ਹੈ ਨਾ।
ਉਹ ਧੱਕੇ ਨਾਲ ਤਾਂ ਆਉਂਦਾ ਨਹੀਂਗਾ, ਉਹਦਾ ਜਿੱਤਣਾ ਪੈਣਾ। ਤੇ ਉਹਦੇ ਲਈ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ ਤਾਂ ਕਿ NRI ਇਨਵੋਲਵ ਹੋਣ। NRI ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਕਾਫੀ ਜਗ੍ਹਾ ਮੈਂ ਦੇਖਿਆ ਸਕੂਲਾਂ 'ਚ ਹੋਰ 'ਚ ਇਨਵੋਲਵ ਹੈਗੇ ਆ, ਜਿੱਥੇ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਸਾਡੀ ਰਿਕੋਗਨੀਸ਼ਨ ਹੈਗੀ ਕਿ ਅਸੀਂ ਇਹ ਕੁਝ ਕੀਤਾ, ਸਾਡਾ ਕੋਈ ਬੰਦੇ ਕਰਦੇ ਆ ਕਿ ਹਾਂ ਵੀ ਇਹਨਾਂ ਨੇ ਕੀਤਾ। ਤਾਂ ਪੰਜਾਬ 'ਚ ਕਰ ਸਕਦੇ ਆ, ਲੇਕਿਨ ਹਾਲੇ ਤਾਂ ਉਲਟਾ ਕਿ ਨੈਟ ਜਿਹੜਾ ਆਊਟਫਲੋ ਪੈਸੇ ਦਾ ਉਹ ਦੂਜੇ ਪਾਸੇ ਨੂੰ ਚੱਲਿਆ ਹੋਇਆ। ਸ਼ੁਕਰੀਆ ਟਵਾਣਾ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਅਰਥ ਸ਼ਾਸਤਰੀ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ। ਅਸੀਂ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਪਲਾਨ ਕਿਉਂ ਕਰ ਗਈ, ਪੰਜਾਬ 'ਚ ਇੰਡਸਟਰੀ ਨੂੰ ਮੁੜ ਤੋਂ ਸੁਰਜੀਤ ਕਿਵੇਂ ਕੀਤਾ ਜਾ ਸਕਦਾ, ਸਰਕਾਰਾਂ ਦਾ ਕੀ ਰੋਲ ਹੈ ਤੇ ਕਾਰੋਬਾਰੀਆਂ ਦਾ ਕੀ ਰੋਲ ਹੈ, ਇਸ ਸਭ ਦੇ ਉੱਤੇ ਗੱਲਬਾਤ ਹੋਈ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।